प्रधान जी पहला स्पष्ट करो कि पार्लीमेंट के सामने ये घराओ आ ਜਾਂ प्रोटेस्ट देखो अं तो अपना प्रदर्शन करने वास्ते जाना है, प्रोटेस्ट करने वास्ते जाना, साडा घराओ का कोई मतलब नहीं जी ना असीं घराओ करना पार्लीमेंट का। बूटा जी फिर किस तरह की वो रणनीति होएगी, किस तरह तुसीं आईडी कार्ड जारी करोगे, की पहचान पत्र दवोगे तुसीं जिहड़े किसानां दे जथे जाणगे जिहदे विच किन्ने किसान हो? जो 26 जनवरी ਨੂੰ ਵਾਪਰਿਆ ਸੀ ਵੀ ਇਹੋ ਜਿਹੀ ਕੋਈ ਘਟਨਾ ਨਾ ਵਾਪਰੇ जी ਲੋਕਾਂ ਦੀ ਡਿਮਾਂਡ ਤਾਂ ਵੱਧ ਜਾਣ ਦੀ ਆ, ਲੋਕ ਸਾਰੇ ਜਾਣ ਨੂੰ ਤਿਆਰ ਨੇ, ਪੂਰੇ ਬੰਦੇ ਭੇਜੇ ਜਾਣ ਗਿਣਤੀ ਮਿੰਟੀ ਦੇ ਜਿਨ੍ਹਾਂ ਦਾ ਸਾਨੂੰ ਪੂਰਾ ਪਤਾ ਹੋਵੇ ਵੀ ਆਹ ਬੰਦੇ ਸਾਡੇ ਜਾ ਰਹੇ ਨੇ ਤੇ ਪੰਜ ਤਾਂ ਹੀ ਹਰ ਇੱਕ ਜਥੇਬੰਦੀ ਨੂੰ ਲਾਏ ਨੇ ਔਰ ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਲੀਡਰ ਹੋਊਗਾ ਜਿਹੜਾ ਉਹਨਾਂ ਪੰਜਾਂ ਬੰਦਿਆਂ ਨੂੰ ਹੀ ਕੰਟਰੋਲ ਰੱਖੇਗਾ ਕਰਕੇ ਔਰ ਉਹਨੂੰ ਪਤਾ ਹੋਊਗਾ ਵੀ ਆਹ ਮੇਰਾ ਫਲਾਣਾ ਸਿੰਘ ਆ ਦੂਜਾ ਆ ਤੀਜਾ। 26 ਨਵੰਬਰ ਦੀ ਗੱਲ ਹੋਵੇ ਜਾਂ 26 ਤੇ 27 ਨਵੰਬਰ ਦੀ ਜਦੋਂ ਦਿੱਲੀ ਜਾਣ ਦੀ ਕਾਲ ਸੀ ਉਦੋਂ ਵੀ ਸਾਰੀ ਜਥੇਬੰਦੀਆਂ ਦਾ ਬਿਆਨ ਸੀ ਵੀ ਆਪਾਂ ਜਿੱਥੇ ਪੁਲਿਸ ਰੋਕੇਗੀ ਉੱਥੇ ਬਹਿ ਜਾਵਾਂਗੇ, ਪਰ ਫਿਰ ਵੀ ਬੈਰੀਕੇਡ ਹਰ ਜਗ੍ਹਾ ਹਰ ਵੇਲੇ ਟੁੱਟਦੇ ਰਹੇ। ਉਹ ਠੀਕ ਹੈ, ਪਿੱਛੇ ਹੋ ਗਿਆ ਬੀਤ ਗਿਆ ਜੋ ਸੀਗਾ। ਉਹ ਐਤਕਾਂ ਜਿਹੜਾ ਪ੍ਰੋਗਰਾਮ ਐਤਕਾਂ ਬਹੁਤ ਸਖਤੀ ਦੇ ਨਾਲ ਅਸੀਂ ਇਹਨੂੰ ਲਾਗੂ ਕਰ ਰਹੇ ਹਾਂ ਕਿ ਐਤਕਾਂ ਕੋਈ ਬੈਰੀਕੇਡ ਨਹੀਂ ਤੋੜੂ। ਲੱਗਦਾ ਕਿ ਜਿਹੜਾ ਵਿਪ ਜਾਰੀ ਹੋਇਆ ਚੇਤਾਵਨੀ ਪੱਤਰ ਜਥੇਬੰਦੀਆਂ ਨੇ ਜਾਰੀ ਕੀਤਾ ਐਮਪੀਆਂ ਨੂੰ ਕੋਈ ਅਸਰ ਹੋਏਗਾ? ਹੋਣਾ ਚਾਹੀਦਾ ਜੀ, ਹੋਊਗਾ ਜੇ ਨਹੀਂ ਕਰੇਗਾ ਕੋਈ ਫਿਰ ਅਸੀਂ ਉਹਦੇ ਬਾਰੇ ਅਸੀਂ ਸੋਚ ਲਵਾਂਗੇ, ਪਬਲਿਕ ਸੋਚੂਗੀ। ਇਹ ਸੰਯੁਕਤ ਮੋਰਚੇ ਵੱਲੋਂ ਨਹੀਂ ਜਾਰੀ ਕੀਤਾ ਗਿਆ, ਇਹ ਆਮ ਪਬਲਿਕ ਵੱਲੋਂ ਜਾਰੀ ਕੀਤਾ ਗਿਆ। ਜਥੇ ਦੇ ਵਿੱਚ 200 ਕਿਸਾਨ ਹੋਣਗੇ, ਉਹਨੂੰ ਵੀ ਤੁਸੀਂ ਗਿਣਤੀ ਘੱਟ ਕਰੋ, ਇਹ ਹੁਣ ਉਹਨੇ ਸ਼ਰਤ ਰੱਖਤੀ ਦਿੱਲੀ ਪੁਲਿਸ ਨੇ। ਤਾਂ 26 ਜਨਵਰੀ ਵਾਲੀ ਸੇਮ ਮਾਹੌਲ ਬਣਦਾ ਜਾ ਰਿਹਾ। ਸਰਕਾਰ ਨੂੰ ਉੜੀਕਾ ਨਹੀਂ ਲਾਉਣਾ ਚਾਹੀਦਾ, ਨਾ ਪੁਲਿਸ ਨੂੰ ਲਾਉਣਾ ਚਾਹੀਦਾ। ਉਹਨਾਂ ਨੂੰ ਜਿਹੜਾ ਵੀ ਅਸੀਂ ਆਪਣੀ ਮੰਗ ਹੈ ਸਾਡੀ, ਉਹ ਸਾਡੇ ਨਾਲ ਉਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ ਕਿ ਕੋਈ ਹਿੰਸਾ ਨਾ ਕਰੇ। ਜਦੋਂ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਅਸੀਂ ਨੇ ਲਾਲ ਕਿਲੇ ਵੱਲ ਨੂੰ ਅਸੀਂ ਟਰੈਕਟਰ ਪੇਡ ਕਰਨੀ ਆ, ਪਰ ਪੁਲਿਸ ਨੇ ਪ੍ਰਵਾਨਗੀ ਨਹੀਂ ਦੇ ਰਹੀ ਸੀ। ਪਰ ਦੂਜੇ ਪਾਸੇ ਜਦੋਂ ਦੂਜਾ ਰੂਟ ਦਿੱਤਾ ਗਿਆ ਸੀ ਤਾਂ ਪਰ ਕੁਝ ਕਿਸਾਨ ਸੀ ਜਿਹੜੇ ਆਪ ਮੁਹਾਰੇ ਲਾਲ ਕਿਲੇ ਵੱਲ ਨੂੰ ਚਲੇ ਗਏ। ਉਸ ਤਰ੍ਹਾਂ ਦਾ ਮਾਹੌਲ ਹੁਣ ਫਿਰ ਜਿਹੜਾ ਉਸੇ ਤਰ੍ਹਾਂ ਸੇਮ ਬਣਦਾ ਜਾ ਰਿਹਾ। ਪਰ ਜੇਕਰ ਪੁਲਿਸ ਨੇ ਤੁਹਾਨੂੰ ਪ੍ਰਵਾਨਗੀ ਨਾ ਦਿੱਤੀ ਫਿਰ ਕੀ ਕਰੋਗੇ? ਜਿੱਥੇ ਰੋਕੇਗੀ ਪੁਲਿਸ ਅਸੀਂ ਬੈਠਾਂਗੇ ਜਿੱਥੇ ਇਹੀ ਹੋ ਸਕਦਾ ਨਾ। ਵੇਖੋ ਅਸੀਂ ਤਾਂ ਪਹਿਲੇ ਦਿਨ ਕਹਿ ਰਹੇ ਹਿੰਸਕ ਨਹੀਂ ਅਸੀਂ ਹੋਵਾਂਗੇ। ਜਾਣਾ ਤਾਂ ਸਾਨੂੰ ਦਿੱਲੀ ਨੂੰ ਹੈਗਾ ਰੋਸ ਮਾਰਚ, ਤੇ ਅਸੀਂ ਕਰਨਾ ਆਪਣਾ, ਸਾਡਾ ਰੋਸ ਮਾਰਚ ਹੈ ਕਿ ਸਾਡੀ ਲੜਾਈ ਨਹੀਂ ਸਰਕਾਰ ਦੇ ਨਾਲ। ਹੁਣ ਜਾਣੀ ਕਿ ਉਹ ਜੋ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਪ੍ਰੋਟੈਸਟ ਦੀ ਪਾਰਲੀਮੈਂਟ ਸਾਹਮਣੇ, ਉਹਦਾ ਹਿੱਸਾ ਨਹੀਂ ਹੋਣਗੇ ਉਹ? ਮੇਰੇ ਖਿਆਲ ਮੁਤਾਬਕ ਹੋ ਸਕਦਾ ਸ਼ਾਇਦ ਨਾ। ਰਾਜਪੁਰੇ ਦੇ ਬਹੁਤ ਵੱਡਾ ਟਕਰਾਅ ਹੋਇਆ, ਸਾਰੀ ਰਾਤ ਬੀਜੇਪੀ ਦੇ ਲੀਡਰਾਂ ਨੂੰ ਘੇਰਾਬੰਦੀ ਕਰਕੇ ਰੱਖੀ, ਕੀ ਮਾਹੌਲ ਬਣਿਆ? ਸਾਡੀ ਸੋਚ ਹੈ ਜਿਹੜੀ, ਅਸੀਂ ਤਾਂ ਵੈਸੇ ਸੰਯੁਕਤ ਮੋਰਚੇ ਵੱਲੋਂ ਹੁਣ ਆਇਆ ਸੀ ਤਾਂ 2 ਮਹੀਨੇ ਤੋਂ ਮੈਂ ਤਾਂ ਸਟੇਜਾਂ ਤੋਂ ਇਹ ਗੱਲ ਕਹਿੰਦਾ ਆ ਰਿਹਾ ਸੀ ਕਿ ਸਾਰੀਆਂ ਪਾਰਟੀਆਂ ਨੂੰ ਆਪਣੇ ਰਾਜਸੀ ਪ੍ਰੋਗਰਾਮ ਛੱਡ ਕੇ, ਆਪਣੇ ਏਜੰਡੇ ਛੱਡ ਕੇ ਕੇਵਲ ਤੇ ਕੇਵਲ ਕਿਸਾਨੀ ਮੁੱਦੇ ਦੀ ਗੱਲ ਕਰਨੀ ਚਾਹੀਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਪੋੜੇ। ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਡਾ ਪ੍ਰੋਗਰਾਮ ਦਿੱਤਾ ਗਿਆ ਹੈ। ਪਾਰਲੀਮੈਂਟ ਦੇ ਸਾਹਮਣੇ ਜਿਹੜਾ ਪ੍ਰੋਟੈਸਟ ਕੀਤਾ ਜਾਵੇਗਾ, ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਰੋਸ ਜਤਾਇਆ ਜਾਵੇਗਾ। ਇਸ ਅੰਦੋਲਨ ਬਾਰੇ ਹੁਣ ਹੋਰ ਕੀ ਰਣਨੀਤੀ ਆ? ਪਾਰਲੀਮੈਂਟ ਦੇ ਸਾਹਮਣੇ ਜਿਹੜਾ ਪ੍ਰੋਟੈਸਟ ਹੋਵੇਗਾ ਕਿਸ ਤਰ੍ਹਾਂ ਦਾ ਹੋਵੇਗਾ, ਕਿਹੜੇ ਪੈਰਾਮੀਟਰ ਹੋਣਗੇ, ਕਿਸ ਤਰ੍ਹਾਂ ਦੀਆਂ ਜੋ ਕਿਸਾਨ ਜਾਣਗੇ ਜਥੇ ਦੇ ਵਿੱਚ ਉਹਨਾਂ ਨੂੰ ਕੀ ਹਦਾਇਤਾਂ ਹੋਣਗੀਆਂ, ਸਾਰੀ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਮੰਚ ਦੇ ਪ੍ਰਧਾਨ ਨੇ ਬੂਟਾ ਸਿੰਘ ਸਾਦੀਪੁਰ ਹੋਣੀ ਪੂਰੀ ਡਿਟੇਲ ਦੇ ਵਿੱਚ ਸਾਨੂੰ ਜਾਣਕਾਰੀ ਦੇਣਗੇ, ਕਿਉਂਕਿ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਪਾਰਲੀਮੈਂਟ ਦੇ ਜਿਹੜਾ ਸਾਹਮਣੇ ਇਹ ਘਰਾਓ ਹੋ ਰਿਹਾ ਹੈ ਜਾਂ ਫਿਰ ਪ੍ਰੋਟੈਸਟ ਹੋ ਰਿਹਾ ਹੈ, ਕਿਸ ਤਰ੍ਹਾਂ ਦੀ ਰਣਨੀਤੀ ਹੋਵੇਗੀ, ਕਿਸ ਤਰ੍ਹਾਂ ਜਥੇਬੰਦੀਆਂ ਦੇ ਜਿਹੜੇ ਆਗੂ ਨੇ, ਕਿਸਾਨ ਨੇ, ਕਿਸ ਤਰ੍ਹਾਂ ਉਹ ਰੋਸ ਜਤਾਉਣਗੇ। ਗੱਲਬਾਤ ਕਰਦੇ ਹਾਂ ਕਿ ਕਿੰਨੇ ਕਿਸਾਨ ਜਥੇ ਦੇ ਵਿੱਚ ਜਾਣਗੇ। ਗੱਲਬਾਤ ਕਰਦੇ ਹਾਂ। ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਹੈ ਗਲੋਬਲ। ਧੰਨਵਾਦ ਜੀ, ਮਿਹਰਬਾਨੀ। ਪ੍ਰਧਾਨ ਜੀ ਪਹਿਲਾਂ ਸਪਸ਼ਟ ਕਰੋ ਕਿ ਪਾਰਲੀਮੈਂਟ ਦੇ ਸਾਹਮਣੇ ਇਹ ਘਰਾਓ ਆ ਜਾਂ ਪ੍ਰੋਟੈਸਟ ਹੈ? ਨਹੀਂ ਵੇਖੋ ਅਸੀਂ ਤਾਂ ਆਪਣਾ ਪ੍ਰਦਰਸ਼ਨ ਕਰਨ ਵਾਸਤੇ ਜਾਣਾ, ਪ੍ਰੋਟੈਸਟ ਕਰਨ ਵਾਸਤੇ ਜਾਣਾ, ਸਾਡਾ ਘਰਾਓ ਦਾ ਕੋਈ ਮਤਲਬ ਨਹੀਂ ਜੀ। ਨਾ ਅਸੀਂ ਘਰਾਓ ਕਰਨਾ ਪਾਰਲੀਮੈਂਟ ਦਾ। ਅਸੀਂ ਪਹਿਲੇ ਦਿਨ ਹੀ ਬਿਲਕੁਲ ਇਹਨੂੰ ਕਲੀਅਰ ਕਰਿਆ ਹੋਇਆ ਕਿ ਅਸੀਂ ਆਪਣਾ ਪ੍ਰੋਟੈਸਟ ਕਰਨਾ, ਆਪਣੀਆਂ ਮੰਗਾਂ ਦੇ ਹੱਕ 'ਚ ਦੱਸਣਾ। ਪਾਰਲੀਮੈਂਟ ਦੇ ਅੰਦਰ ਉਹ ਗੱਲ ਕਰਨਗੇ, ਅਸੀਂ ਆਪਣਾ ਪਾਰਲੀਮੈਂਟ ਦੇ ਬਾਹਰ ਆਪਣਾ ਇਸੇ ਉੱਤੇ ਹੀ ਪ੍ਰੋਟੈਸਟ ਕਰਨਾ ਹੈ ਕਿ ਕਾਲੇ ਕਾਨੂੰਨ ਬਣ ਗਏ, ਇਹ ਬਰਬਾਦ ਕਰ ਦੇਣਗੇ, ਤੁਸੀਂ ਇਹਨਾਂ ਨੂੰ ਰੱਦ ਕਰੋ। ਇਹਦੇ ਉੱਤੇ ਹੀ ਸਾਡਾ ਹੈ ਤੇ ਔਰ ਸ਼ਾਂਤਮਈ ਜੀ। ਸਭ ਤੋਂ ਵੱਡੀ ਗੱਲ ਹੈ ਜਿਹੜੀ ਹਰ ਇੱਕ ਜਗ੍ਹਾ ਇਹ ਗੱਲ ਕਰਦੇ ਆ ਕਿ ਸਾਡਾ ਸ਼ਾਂਤਮਈ ਪ੍ਰੋਗਰਾਮ ਹੋਊਗਾ, ਸ਼ਾਂਤਮਈ ਰਹੂਗਾ ਜੀ। ਬੂਟਾ ਜੀ ਫਿਰ ਕਿਸ ਤਰ੍ਹਾਂ ਦੀ ਉਹ ਰਣਨੀਤੀ ਹੋਏਗੀ, ਕਿਸ ਤਰ੍ਹਾਂ ਤੁਸੀਂ ਆਈਡੀ ਕਾਰਡ ਜਾਰੀ ਕਰੋਗੇ, ਕੀ ਪਹਿਚਾਣ ਪੱਤਰ ਦਵੋਗੇ ਤੁਸੀਂ ਜਿਹੜੇ ਕਿਸਾਨਾਂ ਦੇ ਜਥੇ ਜਾਣਗੇ, ਜਿਹਦੇ ਵਿੱਚ ਕਿੰਨੇ ਕਿਸਾਨ ਹੋਣਗੇ? ਪੂਰੀ ਬੜੀ ਡਿਟੇਲ 'ਚ ਸਾਨੂੰ ਦੱਸ ਦਿਓ, ਕਿਉਂਕਿ ਲੋਕ ਵੀ ਜਾਣਨਾ ਚਾਹੁੰਦੇ ਨੇ ਵੀ ਕਿਸ ਤਰ੍ਹਾਂ ਦੀ ਰਣਨੀਤੀ ਹੈ। ਦੇਖੋ ਇਹਦੇ ਵਿੱਚ ਅਸੀਂ ਇਹ ਬਣਾਇਆ ਵੀ ਜੋ 26 ਜਨਵਰੀ ਨੂੰ ਵਾਪਰਿਆ ਸੀ ਵੀ ਇਹੋ ਜਿਹੀ ਕੋਈ ਘਟਨਾ ਨਾ ਵਾਪਰੇ ਜੀ। ਲੋਕਾਂ ਦੀ ਡਿਮਾਂਡ ਤਾਂ ਵੱਧ ਜਾਣ ਦੀ ਆ, ਲੋਕ ਸਾਰੇ ਜਾਣ ਨੂੰ ਤਿਆਰ ਨੇ,
ਲੇਕਿਨ ਅਸੀਂ ਐਤਕਾਂ ਇਹ ਕਰਿਆ ਵੀ ਪੂਰੇ ਬੰਦੇ ਭੇਜੇ ਜਾਣ, ਗਿਣਤੀ ਮਿਣਤੀ ਦੇ, ਜਿਨ੍ਹਾਂ ਦਾ ਸਾਨੂੰ ਪੂਰਾ ਪਤਾ ਹੋਵੇ ਵੀ ਆਹ ਬੰਦੇ ਸਾਡੇ ਜਾ ਰਹੇ ਨੇ, ਤੇ 5-5 ਤਾਂ ਹੀ ਹਰ ਇੱਕ ਜਥੇਬੰਦੀ ਨੂੰ ਲਾਏ ਨੇ। ਔਰ ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਲੀਡਰ ਹੋਊਗਾ ਜਿਹੜਾ ਉਹਨਾਂ 5 ਬੰਦਿਆਂ ਨੂੰ ਹੀ ਕੰਟਰੋਲ ਰੱਖੇਗਾ ਕਰਕੇ, ਔਰ ਉਹਨੂੰ ਪਤਾ ਹੋਊਗਾ ਵੀ ਆਹ ਮੇਰਾ ਫਲਾਣਾ ਸਿੰਘ ਆ ਦੂਜਾ ਆ ਤੀਜਾ, ਤੇ 5-5 ਬੰਦੇ ਹਰ ਇੱਕ ਜਥੇਬੰਦੀ ਦੇ ਹੋਣਗੇ, ਤੇ 40 ਜਥੇਬੰਦੀਆਂ ਨੇ 200 ਬੰਦਾ ਸਾਡਾ ਡੇਲੀ ਜਾਊਗਾ। ਅਸੀਂ ਉਹਨਾਂ ਦੇ ਆਧਾਰ ਕਾਰਡ ਮੰਗਾ ਲਏ, ਰੰਗੀਨ ਫੋਟੋ ਆਧਾਰ ਕਾਰਡਾਂ ਦੀ, ਟੈਲੀਫੋਨ ਨੰਬਰ, ਟੋਟਲ ਉਹਨਾਂ ਦਾ ਐਡਰੈਸ ਹੈ ਜਿਹੜਾ ਉਹ ਅਸੀਂ ਉਹਨਾਂ ਦਾ ਮੰਗਾ ਲਿਆ, ਤੇ ਉਹ ਅਸੀਂ ਸਾਰੇ ਦਾ ਸਾਰਾ ਅਸੀਂ ਸੰਯੁਕਤ ਮੋਰਚੇ ਦੇ ਕੋਲ ਦੇ ਰਹੇ ਹਾਂ। 2-2 ਉਹਨਾਂ ਦੀਆਂ ਫੋਟੋ ਹੋਣਗੀਆਂ ਜੀ ਨਾਲ, ਉਹ ਅਸੀਂ ਇੱਕ ਜਿਹੜਾ ਉਹਨਾਂ ਦੇ ਗਲ ਵਿੱਚ ਪਾਉਣਾ ਹੈ ਆਇਡੈਂਟੀ ਕਾਰਡ ਬਣਾ ਕੇ, ਉਹ ਉਹਦੇ ਉੱਤੇ ਲੱਗੂਗੀ, ਇੱਕ ਸੰਯੁਕਤ ਮੋਰਚੇ ਕੋਲ ਰਿਕਾਰਡ ਦੇ ਤੌਰ ਤੇ ਰਹੂਗੀ, ਤੇ ਉਹਨੂੰ ਜਿਹੜੀ ਜਥੇਬੰਦੀ ਦੇ 5 ਮੈਂਬਰ ਹੋਣਗੇ ਉਹਨਾਂ ਦਾ ਜਿਹੜਾ ਮੇਨ ਹੈ, ਪ੍ਰਧਾਨ ਹੈ ਜਾਂ ਜਨਰਲ ਸਕੱਤਰ ਹੈ, ਉਹ ਉਹਨੂੰ ਆਇਡੈਂਟੀਫਾਈ ਕਰੂਗਾ ਕਿ ਇਹ ਸਾਡੇ ਬੰਦੇ ਨੇ, ਇਹ ਆ ਰਹੇ ਨੇ, ਤੇ ਉਹਦੇ ਉੱਤੇ ਫਿਰ 32 ਜਥੇਬੰਦੀਆਂ ਦੇ ਵਿੱਚੋਂ 40 ਜਥੇਬੰਦੀਆਂ ਚੋਂ ਜਿਹੜਾ ਇੱਕ ਆਗੂ ਉਸ ਦਿਨ ਲੀਡ ਕਰ ਰਿਹਾ ਹੋਊਗਾ, ਅਗਵਾਈ ਕਰ ਰਿਹਾ ਹੋਊਗਾ ਸਾਰੇ ਜਥੇ ਦੀ, ਉਹ ਵੀ ਉਹਦੇ ਉੱਤੇ ਫਿਰ ਆਪਣੇ ਸਾਈਨ ਕਰੂਗਾ ਵੀ ਇਹ ਠੀਕ ਹੈ ਇਸ ਜਥੇਬੰਦੀ ਦੇ। ਠੀਕ ਹੈ ਜੀ, ਇਹ ਪ੍ਰੋਗਰਾਮ ਸਾਡਾ ਲਿਖਿਆ ਹੈ ਜਥੇਬੰਦੀ ਦੇ ਮੈਂਬਰ ਭੇਜਣ ਵਾਸਤੇ ਉਧਰ ਨੂੰ। ਔਰ ਦੂਜਾ ਪ੍ਰੋਗਰਾਮ ਸਾਡਾ ਇਹ ਹੈ ਕਿ ਜੇਕਰ ਸਰਕਾਰ ਸਾਨੂੰ ਉੱਥੇ ਨਹੀਂ ਪਹੁੰਚਣ ਦਿੰਦੀ ਪਾਰਲੀਮੈਂਟ ਦੇ ਕੋਲ, ਫਿਰ ਅਸੀਂ ਇਹ ਫਾਈਨਲ ਕਰ ਲਿਆ ਵੀ ਕੋਈ ਕਿਸੇ ਬੈਰੀਕੇਡ ਨਹੀਂ ਕਿਤੇ ਨੇ ਤੋੜਨਾ, ਕਿਸੇ ਹਿੰਸਕ ਨਹੀਂ ਹੋਣਾ ਬਿਲਕੁਲ। ਅਸੀਂ ਜੇ ਸਾਨੂੰ ਸਰਕਾਰ ਰਸਤੇ ਵਿੱਚ ਰੋਕਦੀ ਹੈ ਕਿਤੇ, ਫਿਰ ਅਸੀਂ ਉੱਥੇ ਬੈਠ ਕੇ ਆਪਣੀ ਸਟੇਜ ਲਾਣੀ, ਅਸੀਂ ਗੱਲ ਪਹੁੰਚਾਣੀ ਹੈ ਸਾਡੀ, ਉਹ ਸਾਡੀ ਤੁਸੀਂ ਪਹੁੰਚਾ ਰਹੇ। ਪਰ ਜਥੇਬੰਦੀਆਂ ਤਾਂ ਹਰ ਵਾਰੀ ਹੀ ਕਹਿੰਦੀਆਂ ਨੇ 26 ਨਵੰਬਰ ਦੀ ਗੱਲ ਹੋਵੇ ਜਾਂ 26 ਤੇ 27 ਨਵੰਬਰ ਦੀ, ਜਦੋਂ ਦਿੱਲੀ ਜਾਣ ਦੀ ਕਾਲ ਸੀ, ਉਦੋਂ ਵੀ ਸਾਰੀ ਜਥੇਬੰਦੀਆਂ ਦਾ ਬਿਆਨ ਸੀ ਵੀ ਆਪਾਂ ਜਿੱਥੇ ਪੁਲਿਸ ਰੋਕੇਗੀ ਉੱਥੇ ਬਹਿ ਜਾਵਾਂਗੇ, ਪਰ ਫਿਰ ਵੀ ਬੈਰੀਕੇਡ ਹਰ ਜਗ੍ਹਾ ਹਰ ਵੇਲੇ ਟੁੱਟਦੇ ਰਹੇ ਨੇ। ਉਹ ਠੀਕ ਹੈ, ਪਿੱਛੇ ਹੋ ਗਿਆ, ਬੀਤ ਗਿਆ ਜੋ ਸੀਗਾ। ਉਹ ਐਤਕਾਂ ਜਿਹੜਾ ਪ੍ਰੋਗਰਾਮ ਐਤਕਾਂ ਬਹੁਤ ਸਖਤੀ ਦੇ ਨਾਲ ਅਸੀਂ ਇਹਨੂੰ ਲਾਗੂ ਕਰ ਰਹੇ ਹਾਂ ਕਿ ਐਤਕਾਂ ਕੋਈ ਬੈਰੀਕੇਡ ਨਹੀਂ ਤੋੜੂਗਾ ਜੀ, ਬੈਰੀਕੇਡ ਨਹੀਂ ਤੋੜੂਗਾ। ਅਸੀਂ ਆਪਣੀ ਆਵਾਜ਼ ਬਾਹਰ ਉਠਾਉਣੀ ਹੈ, ਤੇ ਇਹਦੇ ਨਾਲ ਹੀ ਜੁੜਦਾ ਜਿਹੜਾ ਪ੍ਰੋਗਰਾਮ ਹੈ ਸਾਡਾ ਉਹ ਇਹ ਆ ਕਿ ਅਸੀਂ ਜਿੰਨੇ ਪਾਰਲੀਮੈਂਟ ਮੈਂਬਰ ਨੇ ਜੀ ਸਾਰੇ ਦੇਸ਼ ਦੇ, ਅਸੀਂ ਉਹਨਾਂ ਨੂੰ ਵਿਪ ਜਾਰੀ ਕੀਤਾ ਐਤਕਾਂ ਲੋਕਾਂ ਵੱਲੋਂ, ਪਬਲਿਕ ਵੱਲੋਂ। ਪਹਿਲੀ ਵਾਰ ਹੋਇਆ ਹੈ ਕਿ ਪਬਲਿਕ ਵੱਲੋਂ ਵਿਪ ਜਾਰੀ ਕਰਤਾ ਵੀ ਤੁਸੀਂ ਇੱਕ ਤਾਂ ਵਾਕਆਊਟ ਨਹੀਂ ਕਰਨਾ ਉੱਥੋਂ ਬਿਲਕੁਲ ਜੀ, ਤੇ ਸਾਰਾ ਦਿਨ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਹੈ ਤੇ ਤੁਹਾਡੀ ਇੱਕੋ ਹੀ ਮੰਗ ਹੋਣੀ ਚਾਹੀਦੀ ਅੰਦਰ ਉੱਥੇ ਸਾਰਿਆਂ ਦੀ ਇੱਕ ਆਵਾਜ਼ ਦੇ ਵਿੱਚ, ਪਹਿਲਾਂ ਕਾਨੂੰਨਾਂ ਦੀ ਗੱਲ ਕਰੋ, ਕਾਨੂੰਨ ਰੱਦ ਕਰੋ, ਉਸ ਤੋਂ ਬਾਅਦ ਅਗਲਾ ਮਤਾ ਲਿਆਂਦਾ ਜਾਊਗਾ, ਪਹਿਲਾਂ ਇਹ ਹੋਣਾ ਚਾਹੀਦਾ। ਇਹ ਅੱਜ ਪਹਿਲੀ ਵਾਰ ਹੋਇਆ, ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਅਸੀਂ ਇਹ ਜਿਹੜੀ ਵਿਪ ਹੈ ਉਹ ਜਾਰੀ ਕਰ ਦਿੱਤੀ ਹੈ, ਉਹਨਾਂ ਨੂੰ ਮੇਲ ਕਰਤਾ, ਸਾਰਿਆਂ ਕੋਲੇ ਇਹ ਪਹੁੰਚਦਾ ਕਰ ਦਿੱਤਾ। ਔਰ ਇਹ ਵੀ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ, ਚੇਤਾਵਨੀ ਪੱਤਰ ਵੀ ਇਹਦਾ ਨਾਂ ਰੱਖਿਆ ਗਿਆ ਵੀ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਅਗਰ ਜੇਕਰ ਤੁਸੀਂ ਤੁਹਾਡੇ ਵਿੱਚੋਂ ਕੋਈ ਵਾਕਆਊਟ ਕਰ ਜਾਂਦਾ ਜਾਂ ਇਸ ਵਿਸ਼ੇ ਉੱਤੇ ਕੋਈ ਗੱਲ ਨਹੀਂ ਕਰਦਾ, ਤਾਂ ਫਿਰ ਤੁਹਾਡਾ ਵੀ ਉਸੇ ਤਰ੍ਹਾਂ ਵਿਰੋਧ ਕੀਤਾ ਜਾਊਗਾ, ਉਸ ਪਾਰਟੀ ਦਾ ਉਸੇ ਤਰ੍ਹਾਂ ਵਿਰੋਧ ਕੀਤਾ ਜਾਊਗਾ ਜਿਵੇਂ ਪਹਿਲਾਂ ਅੱਜ ਤੋਂ ਪਹਿਲਾਂ ਭਾਜਪਾ ਦਾ ਚੱਲ ਰਿਹਾ। ਇਸ ਕਰਕੇ ਸਾਰਿਆਂ ਨੂੰ ਐਤਕਾਂ ਚੇਤਾਵਨੀ ਪੱਤਰ ਦਿੱਤੇ ਜਾ ਚੁੱਕੇ ਨੇ। ਔਰ ਇੱਕ ਵੇਖੋ, ਮੈਂ ਤਾਂ ਇਹਨੂੰ ਇਹ ਵੀ ਗੱਲ ਕਹਿੰਦਾ ਕਿ ਰਹਿਮ ਦੀ ਅਪੀਲ ਵਰਗਾ ਹੈ ਪ੍ਰੋਗਰਾਮ ਜੀ, ਜਿੱਥੇ ਅਸੀਂ ਵਿਪ ਜਾਰੀ ਕੀਤਾ। ਮੈਂ ਆਪਣੇ ਤੌਰ ਤੇ ਕਹਿੰਦਾ ਕਿ ਰਹਿਮ ਦੀ ਅਪੀਲ ਆ ਕਿ ਸਾਰੇ ਮੈਂਬਰ ਪਾਰਲੀਮੈਂਟ ਉਹਨਾਂ ਲੋਕਾਂ ਦੀਆਂ ਵੋਟਾਂ ਲੈ ਕੇ ਹੀ ਉੱਥੋਂ ਤੱਕ ਪਹੁੰਚਦੇ ਨੇ, ਉਸ ਪਾਰਲੀਮੈਂਟ ਦੇ ਅੰਦਰ ਪਹੁੰਚਦੇ ਨੇ ਜਿੱਥੇ ਕਾਨੂੰਨ ਬਣਾਏ ਜਾਂਦੇ ਨੇ, ਤੇ ਉਸ ਕਾਨੂੰਨ ਦੇ ਖਿਲਾਫ ਉਹਨਾਂ ਲੋਕਾਂ ਦੀ ਗੱਲ ਉਹ ਕਿਉਂ ਨਹੀਂ ਕਰਦੇ। ਉਹਨਾਂ ਦਾ ਫਰਜ਼ ਬਣਦਾ, ਪਹਿਲਾਂ ਫਰਜ਼ ਹੀ ਉਹਨਾਂ ਲੋਕਾਂ ਦਾ ਇਹ ਗੱਲ ਕਰਨੀ, ਸਾਡਾ ਬਾਅਦ ਚ ਆਉਂਦਾ। ਅਸੀਂ ਫਿਰ ਵੀ ਇਹ ਮੁੱਦਾ ਚੁੱਕਿਆ, ਉਹਨਾਂ ਸਾਰਿਆਂ ਨੂੰ ਇਹ ਅਪੀਲ ਕੀਤੀ ਹੈ, ਵਿਪ ਜਾਰੀ ਕੀਤਾ ਵੀ ਤੁਸੀਂ ਡਟ ਕੇ ਪਾਰਲੀਮੈਂਟ ਦੇ ਅੰਦਰ ਇਹ ਲੜਾਈ ਲੜਨੀ ਹੈ, ਔਰ ਉਹਨਾਂ ਸਰਕਾਰ ਨੂੰ ਉਹਨਾਂ ਚਿਰ ਹੋਰ ਕੋਈ ਕਾਰਜ ਨਹੀਂ ਕਰਨ ਦੇਣਾ ਜਿੰਨਾ ਚਿਰ ਕਾਲੇ ਕਾਨੂੰਨਾਂ ਦੇ ਉੱਤੇ ਗੱਲ ਨਹੀਂ ਹੋ ਜਾਂਦੀ ਜੀ। ਲੱਗਦਾ ਹੈ ਜਿਹੜਾ ਵਿਪ ਜਾਰੀ ਹੋਇਆ, ਚੇਤਾਵਨੀ ਪੱਤਰ ਜਥੇਬੰਦੀਆਂ ਨੇ ਜਾਰੀ ਕੀਤਾ, ਐਮਪੀਆਂ ਨੂੰ ਕੋਈ ਅਸਰ ਹੋਏਗਾ? ਇਹ ਹੋਣਾ ਚਾਹੀਦਾ ਜੀ, ਹੋਊਗਾ। ਜੇ ਨਹੀਂ ਕਰੇਗਾ ਕੋਈ, ਫਿਰ ਅਸੀਂ ਉਹਦੇ ਬਾਰੇ ਅਸੀਂ ਸੋਚ ਲਵਾਂਗੇ, ਪਬਲਿਕ ਸੋਚੂਗੀ। ਇਹ ਸੰਯੁਕਤ ਮੋਰਚੇ ਵੱਲੋਂ ਨਹੀਂ ਜਾਰੀ ਕੀਤਾ ਗਿਆ, ਇਹ ਆਮ ਪਬਲਿਕ ਵੱਲੋਂ ਜਾਰੀ ਕੀਤਾ ਗਿਆ, ਕਿਉਂਕਿ ਆਮ ਪਬਲਿਕ ਦੇ ਬਿਠਾਏ ਹੀ ਅਸੀਂ ਉੱਥੇ ਬੈਠੇ ਆ, ਤੇ ਆਮ ਪਬਲਿਕ ਦਾ ਬਣਾਇਆ ਹੀ ਸੰਯੁਕਤ ਮੋਰਚਾ ਬਣਿਆ। ਇਸ ਕਰਕੇ ਇਹ ਸਾਰੀ ਪਬਲਿਕ ਵੱਲੋਂ, ਕੱਲੇ ਕੱਲੇ ਵੋਟਰ ਵੱਲੋਂ ਸਮਝੋ ਤੁਸੀਂ, ਹਰ ਵੋਟਰ ਵੱਲੋਂ ਇਹ ਵਿਪ ਉਹਨਾਂ ਨੂੰ ਜਾਰੀ ਕੀਤਾ ਗਿਆ ਕਿ ਸਾਡੀਆਂ ਵੋਟਾਂ ਲੈ ਕੇ ਤੁਸੀਂ ਉੱਥੇ ਪਹੁੰਚੇ ਹੋ, ਉੱਥੇ ਆਪਣਾ ਪਾਰਲੀਮੈਂਟ ਦੇ ਅੰਦਰ, ਤੇ ਪਾਰਲੀਮੈਂਟ ਦੇ ਅੰਦਰ ਹੀ ਕਾਨੂੰਨ ਬਣ ਜਾਂਦੇ ਨੇ, ਤੇ ਉਹਨਾਂ ਕਾਨੂੰਨਾਂ ਦੇ ਖਿਲਾਫ ਤੁਹਾਡੀ ਆਵਾਜ਼ ਹੈ ਜਿਹੜੀ ਕਿਉਂ ਨਹੀਂ ਨਿਕਲਦੀ। ਇਸ ਕਰਕੇ ਅਸੀਂ ਉਹਨਾਂ ਨੂੰ ਵਿਪ ਜਾਰੀ ਕਰਿਆ ਕਿ ਡਟ ਕੇ ਆਦਕਾਂ ਉੱਥੇ ਤੁਸੀਂ ਇਹ ਜਿਹੜੀ ਇਹ ਗੱਲ ਹੈ ਸਾਡੀ ਕਿਸਾਨ ਮਜ਼ਦੂਰ ਦੀ, ਇਹਦੇ ਨਾਲ ਵੇਖੋ ਸਾਰਾ ਦੇਸ਼ ਬਰਬਾਦ ਹੋ ਰਿਹਾ, ਕਿਸਾਨ ਮਰ ਰਿਹਾ, ਮਜ਼ਦੂਰ ਮਰ ਰਿਹਾ, ਛੋਟਾ ਦੁਕਾਨਦਾਰ, ਛੋਟਾ ਵਪਾਰੀ, ਮੁਲਾਜ਼ਮ ਛੋਟਾ, ਇਹਦੇ ਨਾਲ ਸਾਰੇ ਦੇਸ਼ ਦਾ ਬੇੜਾ ਗਰਕ ਹੋ ਚੱਲਿਆ। ਇਸ ਕਰਕੇ ਅਸੀਂ ਉਹਨਾਂ ਨੂੰ ਅਪੀਲ ਵੀ ਕੀਤੀ ਹੈ, ਚੇਤਾਵਨੀ ਵੀ ਦਿੱਤੀ ਹੈ, ਇਹ ਵਿਪ ਜਾਰੀ ਕੀਤਾ ਵੀ ਸਾਰਿਆਂ ਨੇ ਡਟ ਕੇ ਅੰਦਰ ਇਹਨਾਂ ਕਾਨੂੰਨਾਂ ਦੇ ਖਿਲਾਫ ਲੜਾਈ ਲੜਨੀ ਜੀ। ਇਸ ਤੋਂ ਇਲਾਵਾ ਇੱਕ ਇਹ ਵੀ ਜਾਣਕਾਰੀ ਦਿਓ, ਸਭ ਤੋਂ ਪਹਿਲਾ ਜੱਥਾ ਕਿੰਨੀ ਤਰੀਕ ਨੂੰ ਜਾਏਗਾ, ਉਸ ਦੇ ਵਿੱਚ ਕਿੰਨੇ ਕਿਸਾਨ ਹੋਣਗੇ, ਕਿਹੜੇ ਕਿਹੜੇ ਲੀਡਰ ਉਹਦੀ ਅਗਵਾਈ ਕਰ ਸਕਦੇ ਨੇ ਤੁਹਾਡੇ ਲਈ, ਜੇ ਕੋਈ ਜਾਣਕਾਰੀ ਹੈ?
ਉਹਦੇ ਵਿੱਚ ਇਹ ਆ ਜੀ ਅਸੀਂ 5 ਮੈਂਬਰ ਹਰ ਇੱਕ ਜਥੇਬੰਦੀ ਦੇ ਜਾਣਗੇ 22 ਤਰੀਕ ਤੋਂ ਜਾਣਗੇ। ਕਿੰਨੇ ਵਜੇ ਜੱਥਾ ਰਵਾਨਾ? ਅਸੀਂ 9 ਵਜੇ ਦਾ ਪ੍ਰੋਗਰਾਮ ਲਿਖਿਆ ਸੀ ਜੀ। 9 ਵਜੇ ਉਹ 10 ਕੁ ਵਜੇ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਗਾ, ਉਹਨੇ ਚਿਰ 'ਚ ਉੱਥੇ ਪਹੁੰਚ ਜਾਣਗੇ ਉਹ। 5 ਮੈਂਬਰ ਹਰ ਇੱਕ ਜਥੇਬੰਦੀ ਦੇ ਹੋਣਗੇ, 40 ਜਥੇਬੰਦੀਆਂ ਨੇ ਤੇ 40 ਦੇ 200 ਮੈਂਬਰ ਬਣਦਾ ਜੀ। ਤੇ ਹਰ 5 ਮੈਂਬਰਾਂ ਦੇ ਨਾਲ ਉਹਨਾਂ ਦਾ ਇੱਕ ਲੀਡਰ ਬਣਾ ਕੇ ਭੇਜਿਆ ਜਾਊਗਾ ਇੱਥੋਂ ਹਰ ਜਥੇਬੰਦੀ ਵੱਲੋਂ, ਵੀ ਜਿਹੜਾ ਉਹਨਾਂ ਦਾ ਆ ਇੱਕ ਲੀਡਰ ਹੈ ਸਾਡਾ, 4 ਉਹਦੇ ਨਾਲ ਉਹਦੇ ਕਿਸਾਨ ਆਗੂ ਨੇ, ਡਿਪਟੀ ਲੀਡਰ ਵੀ ਬਣਾਇਆ ਜਾ ਸਕਦਾ ਜੀ। ਤੇ ਉਹ ਹੀ ਉਹਨਾਂ ਨੂੰ ਸੇਧ ਦੇ ਕੇ ਲੈ ਕੇ ਜਾਣਗੇ। ਤੇ ਸਾਰਿਆਂ ਨੂੰ ਪਹਿਲੋਂ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਕਿ ਕੋਈ ਵੀ ਹਿੰਸਕ ਨਾ ਹੋਵੇ। ਕੱਲ ਨੂੰ ਸਾਡੇ ਉੱਤੇ ਇਹ ਨਾ ਇਲਜ਼ਾਮ ਲੱਗੇ ਕਿ ਇਹ ਫੇਰ ਹਿੰਸਕ ਹੋ ਜਾਂਦੇ ਨੇ, ਜਿਵੇਂ ਤੁਸੀਂ ਹੁਣੇ ਗੱਲ ਕਰ ਰਹੀ ਸੀ ਕੁਲਦੀਪ ਜੀ। ਹੋਰ ਵੀ ਇੱਕ ਵਿਚਾਰ ਆਇਆ ਸੀ ਉੱਥੇ ਵੀ ਸਰਕਾਰ ਜੇਕਰ ਸਾਨੂੰ ਇਹ ਗੱਲ ਕਹਿੰਦੀ ਹੈ, ਜਿਵੇਂ ਪਿੱਛੇ ਕਹਿੰਦੀ ਵੀ ਇਹ ਹਿੰਸਕ ਹੁੰਦੇ ਨੇ ਜੀ ਜਾਂ ਹਿੰਸਕ ਹੋ ਜਾਂਦੇ ਨੇ, ਇਹਨਾਂ ਦਾ ਕੰਟਰੋਲ ਨਹੀਂ। ਇੱਕ ਵਿਚਾਰ ਸਾਡੇ ਵਿੱਚ ਇਹ ਵੀ ਆਇਆ ਸੀ ਬਈ ਆਪਾਂ ਇਹ ਕਰਦੇ ਹਾਂ, ਜੇ ਸਰਕਾਰ ਇੰਨਾ ਹੀ ਇਸ ਗੱਲ ਤੋਂ ਡਰਦੀ ਕਿ ਹਿੰਸਕ ਹੁੰਦੇ ਆ, ਅਸੀਂ ਆਪਣੇ ਜਿਹੜੇ ਮੈਂਬਰ ਭੇਜਣੇ ਉਹਨਾਂ ਦੇ ਹੱਥ ਪਿੱਛੇ ਬੰਨ ਕੇ ਵੀ ਭੇਜ ਸਕਦੇ ਹਾਂ। ਇਹ ਵੀ ਵਿਚਾਰ ਵਿੱਚ ਆਇਆ, ਪਰ ਠੀਕ ਹੈ ਉੱਤੇ ਫਾਈਨਲ ਨਾ। ਪਰ ਵਿਚਾਰ ਇਹ ਵੀ ਆਇਆ ਸੀ ਵੀ ਸਰਕਾਰ ਤੱਕ ਅਸੀਂ ਹਰ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਕਿ ਬਿਲਕੁਲ ਸਾਡੇ ਹੱਥ ਬੰਨਿਆ ਵਰਗੇ ਨੇ, ਸਮਝੋ ਅਸੀਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਕਰਨੀ ਚਾਹੁੰਦੇ ਜਿਹੜੀ ਸਾਡੇ ਖਿਲਾਫ ਜਾਏ, ਦੇਸ਼ ਦੇ ਖਿਲਾਫ ਜਾਂਦੀ ਹੋਵੇ। ਲੋਕ ਸਾਨੂੰ ਆਖਣ ਕਿ ਕਿਸਾਨ ਜਿਹੜੇ ਨੇ ਹਿੰਸਕ ਨੇ, ਇਸ ਕਰਕੇ ਅਸੀਂ ਇਹੋ ਜਿਹੀ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦੇ। ਸ਼ਾਂਤਮਈ ਹੋਊਗਾ, ਆਪਣੀਆਂ ਮੰਗਾਂ ਨੇ ਸ਼ਾਂਤਮਈ ਢੰਗ ਨਾਲ ਹੀ ਮਨਾ ਕੇ ਸਰਕਾਰ ਤੋਂ ਆਵਾਂਗੇ। ਇਸ ਤੋਂ ਇਲਾਵਾ ਹੋਰ ਵੀ ਹੁਣ ਨਵੀਂ ਚੁਣੌਤੀ ਖੜੀ ਹੋਊਗੀ ਜਥੇਬੰਦੀਆਂ ਲਈ, ਕਿਉਂਕਿ 26 ਜਨਵਰੀ ਨੂੰ ਵੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਸੀ। ਹੁਣ ਦਿੱਲੀ ਪੁਲਿਸ ਵੀ ਆਪਣੇ ਪੈਰਾਮੀਟਰ ਰੱਖ ਰਹੀ ਆ, ਉਹ ਵੀ ਆਪਣੀਆਂ ਹਦਾਇਤਾਂ ਦੇ ਰਹੀ ਆ। ਦਿੱਲੀ ਪੁਲਿਸ ਨੇ ਸਾਫ਼ ਕਹਿਤਾ ਕਿ ਅਸੀਂ ਪਰਮਿਸ਼ਨ ਨਹੀਂ ਦੇ ਸਕਦੇ ਕਿਉਂਕਿ ਕੋਵਿਡ ਦਾ ਜਿਹੜਾ ਸਮਾਂ ਚੱਲ ਰਿਹਾ, ਇਸ ਕਰਕੇ ਤੁਹਾਨੂੰ ਪਾਰਲੀਮੈਂਟ ਦੇ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਤੇ ਦੂਜਾ ਉਹਨਾਂ ਨੇ ਇਹ ਵੀ ਕਹਿਤਾ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ 200 ਸਾਡੇ ਜਥੇ ਦੇ ਵਿੱਚ 200 ਕਿਸਾਨ ਹੋਣਗੇ, ਉਹਨੂੰ ਵੀ ਤੁਸੀਂ ਗਿਣਤੀ ਘੱਟ ਕਰੋ। ਇਹ ਹੁਣ ਉਹਨਾਂ ਨੇ ਸ਼ਰਤ ਰੱਖਤੀ ਦਿੱਲੀ ਪੁਲਿਸ ਨੇ। ਤਾਂ 26 ਜਨਵਰੀ ਵਾਲੀ ਸੇਮ ਮਾਹੌਲ ਬਣਦਾ ਜਾ ਰਿਹਾ। ਨਹੀਂ, ਇਹ ਤਾਂ ਐਵੇਂ ਡਿੱਕਾ ਜੜਾਉਣ ਵਾਲੀ ਗੱਲ ਹੈ। 200 ਤੋਂ ਘੱਟ ਕੀ ਕਰੀਏ, ਹੁਣ 40 ਜਥੇਬੰਦੀਆਂ ਨੇ ਜੀ। ਅਗਰ ਜੇਕਰ ਮੈਂ ਟੋਟਲ ਤੁਹਾਨੂੰ ਇਹਨਾਂ ਦੇ 500 ਦੇ ਨੇੜੇ ਜਥੇਬੰਦੀਆਂ, 472 ਜਥੇਬੰਦੀਆਂ ਜਿੱਦਣ ਅਸੀਂ ਪਹਿਲੇ ਦਿਨ ਟੁਰੇ ਜੀ, 472 ਜਥੇਬੰਦੀਆਂ ਦੀ ਗਿਣਤੀ ਆਈ ਸੀ ਉਦੋਂ। ਹੁਣ 40 ਜਥੇਬੰਦੀਆਂ ਜਿਹੜੀਆਂ ਨੇ ਉੱਥੇ ਚੱਲ ਰਹੀਆਂ ਨੇ ਇਸ ਟਾਈਮ, ਮੌਕੇ 'ਤੇ ਜਿਹੜੀਆਂ ਗੱਲਬਾਤ ਵਿੱਚ ਜਾਂਦੀਆਂ ਨੇ, ਅਸੀਂ ਉਹਨਾਂ ਦੇ ਉੱਤੇ ਹੀ ਇਹ ਪਾਇਆ ਪ੍ਰੋਗਰਾਮ ਵੀ 40 ਜਥੇਬੰਦੀਆਂ ਦਾ 5-5 ਮੈਂਬਰ ਭੇਜੋ, ਆਪੇ ਉਹ ਵਿੱਚ ਜਿਵੇਂ ਮਰਜ਼ੀ ਉਹ ਐਡਜਸਟਮੈਂਟ ਕਰੋ, ਉਹ ਕਰ ਲੈਣਗੇ ਉਹਨਾਂ ਦੇ ਵਿੱਚ ਜੀ। ਠੀਕ ਹੈ ਜੀ। ਤੇ 5-5 ਤੋਂ ਘੱਟ ਕੀ ਕੀਤਾ ਜਾ, 200 ਬੰਦਾ ਤਾਂ ਕੋਈ ਜ਼ਿਆਦਾ ਵੱਡੀ ਗੱਲ ਨਹੀਂ। ਪਾਰਲੀਮੈਂਟ ਨੂੰ ਜਾਣਾ, ਪਾਰਲੀਮੈਂਟ ਦੇ ਅੰਦਰ 542 ਬੈਠੇ ਆ ਜੀ। ਠੀਕ ਹੈ ਜੀ। ਇਸ ਕਰਕੇ 200 ਬੰਦਾ ਤੇ ਬਾਹਰ ਆਪਣੀ ਗੱਲ ਕਰਨ ਵਾਸਤੇ ਕੋਈ ਬਹੁਤੀ ਵੱਡੀ ਗਿਣਤੀ ਨਹੀਂ ਹੈਗੀ। ਇਹ ਸਰਕਾਰ ਨੂੰ ਉੜਿੱਕਾ ਨਹੀਂ ਲਾਉਣਾ ਚਾਹੀਦਾ, ਨਾ ਪੁਲਿਸ ਨੂੰ ਲਾਉਣਾ ਚਾਹੀਦਾ। ਉਹਨਾਂ ਨੂੰ ਜਿਹੜਾ ਵੀ ਅਸੀਂ ਆਪਣੀ ਮੰਗ ਹੈ ਸਾਡੀ, ਉਹ ਸਾਡੇ ਨਾਲ ਉਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ ਕਿ ਕੋਈ ਹਿੰਸਾ ਨਾ ਕਰੇ ਜੀ। ਠੀਕ ਹੈ ਕਿ ਨਹੀਂ। ਇਹ ਜਿਹੜੀਆਂ ਉਹਨਾਂ ਨੂੰ ਹਦਾਇਤਾਂ ਹੋਣੀਆਂ ਚਾਹੀਦੀਆਂ ਨੇ, ਉਹ ਇਹ ਹੁਣ ਉਹ ਮੈਂਬਰ ਘੱਟ ਕਰ ਦਿਓ ਜੀ, ਵੱਧ ਕਰ ਦਿਓ, ਐਸੀ ਕੋਈ ਗੱਲ ਨਹੀਂ। ਇਹ ਮੈਂਬਰ ਸਾਡੇ 5-5 ਸਿਰਫ ਇੱਕ ਜਥੇਬੰਦੀ ਨੂੰ ਆਏ ਨੇ ਤੇ 5-5 ਮੈਂਬਰ ਸਾਡੇ ਜਾਣਗੇ ਤੇ ਉਹ ਉੱਥੇ ਹਿੰਸਕ ਨਹੀਂ ਕੋਈ ਹੋਊਗਾ ਜੀ। ਇਹ ਸਾਡੀ ਪਹਿਲੇ ਦਿਨ ਤੋਂ ਹਦਾਇਤ ਕੀਤੀ ਹੋਈ ਵੀ ਸ਼ਾਂਤਮਈ ਰਹਿ ਕੇ ਚੱਲਿਆ ਜਾਵੇ ਜੀ। ਹੁਣ ਇਹ ਵੀ ਬਹੁਤ ਵੱਡੀ ਚੁਣੌਤੀ ਖੜੀ ਹੋ ਗਈ ਕਿਉਂਕਿ 26 ਜਨਵਰੀ ਨੂੰ ਵੀ ਇਸੇ ਤਰ੍ਹਾਂ ਦਾ ਮਾਹੌਲ ਬਣਿਆ ਸੀ, ਜਦੋਂ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਅਸੀਂ ਨੇ ਲਾਲ ਕਿਲੇ ਵੱਲ ਨੂੰ ਅਸੀਂ ਟਰੈਕਟਰ ਪਰੇਡ ਕਰਨੀ ਆ, ਪਰ ਪੁਲਿਸ ਨੇ ਪ੍ਰਵਾਨਗੀ ਨਹੀਂ ਦੇ ਰਹੀ ਸੀ। ਪਰ ਦੂਜੇ ਪਾਸੇ ਜਦੋਂ ਦੂਜਾ ਰੂਟ ਦਿੱਤਾ ਗਿਆ ਸੀ ਤਾਂ ਪਰ ਕੁਝ ਕਿਸਾਨ ਸੀ ਜਿਹੜੇ ਆਪ ਮੁਹਾਰੇ ਲਾਲ ਕਿਲੇ ਵੱਲ ਨੂੰ ਚਲੇ ਗਏ। ਉਸ ਤਰ੍ਹਾਂ ਦਾ ਮਾਹੌਲ ਹੁਣ ਫਿਰ ਜਿਹੜਾ ਉਸੇ ਤਰ੍ਹਾਂ ਸੇਮ ਬਣਦਾ ਜਾ ਰਿਹਾ। ਪਰ ਜੇਕਰ ਪੁਲਿਸ ਨੇ ਤੁਹਾਨੂੰ ਪ੍ਰਵਾਨਗੀ ਨਾ ਦਿੱਤੀ ਫਿਰ ਕੀ ਕਰੋਗੇ? ਫਿਰ ਜਿੱਥੇ ਰੋਕੇਗੀ ਪੁਲਿਸ ਅਸੀਂ ਬੈਠਾਂਗੇ ਜੀ। ਫਿਰ ਇਹੀ ਹੈ, ਇਹੀ ਹੋ ਸਕਦਾ ਨਾ। ਵੇਖੋ ਅਸੀਂ ਤਾਂ ਪਹਿਲੇ ਦਿਨ ਕਹਿ ਰਹੇ ਹਿੰਸਕ ਨਹੀਂ ਅਸੀਂ ਹੋਵਾਂਗੇ। ਜਾਣਾ ਤਾਂ ਦਿੱਲੀ ਨੂੰ ਹੈਗਾ ਰੋਸ ਮਾਰਚ, ਤੇ ਅਸੀਂ ਕਰਨਾ ਆਪਣਾ। ਸਾਡਾ ਰੋਸ ਮਾਰਚ ਹੈ ਕਿ ਸਾਡੀ ਲੜਾਈ ਨਹੀਂ ਸਰਕਾਰ ਦੇ ਨਾਲ ਜੀ, ਸਾਡਾ ਰੋਸ ਮਾਰਚ ਹੈ। ਅਸੀਂ ਰੋਸ ਮਾਰਚ ਆਪਣਾ ਕਰਕੇ ਆਪਣੀ ਗੱਲ ਜਿਹੜੀ ਹੈ ਤੁਹਾਡੇ ਰਾਹੀਂ ਪਹੁੰਚਾਉਣਾ ਚਾਹੁੰਦੇ ਹਾਂ ਬਈ ਅਸੀਂ ਕੀ ਗੱਲ ਕਰ ਰਹੇ ਹਾਂ, ਸਰਕਾਰ ਕੀ ਕਰ ਰਹੀ ਹੈ। ਸਰਕਾਰ ਸਾਡੀ ਮੰਗਾਂ ਜਿਹੜੀਆਂ ਨੇ ਜਾਇਜ਼ ਮੰਗਾਂ ਨੇ। 8 ਮਹੀਨੇ ਪੂਰੇ ਹੋ ਚੱਲੇ ਨੇ ਜੀ। 8 ਮਹੀਨਿਆਂ ਤੱਕ ਸਰਕਾਰ ਸੁੱਤੀ ਪਈ ਹੈ। ਸਰਕਾਰ ਨੂੰ ਸੋਚਣਾ ਚਾਹੀਦਾ, ਸਰਕਾਰ ਨੂੰ ਜਾਗਣਾ ਚਾਹੀਦਾ। ਅਸੀਂ ਬੰਦ ਕਰ ਦੇਂਗੇ ਨਹੀਂ ਜਾਂਦੇ, ਪਰ ਸਰਕਾਰ ਸਾਡੀਆਂ ਮੰਗਾਂ ਮੰਨ ਦੇਵੇ, ਐਲਾਨ ਕਰ ਦੇਵੇ। ਉੱਥੋਂ ਸਰਕਾਰ ਐਲਾਨ ਕਰ ਦੇਵੇ ਨਾ। ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ, ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣੇ ਨੇ ਜੀ। ਸਰਕਾਰ ਉੱਥੇ ਲਿਆ ਕੇ ਮਤਾ ਇਹਦਾ ਤੇ ਕਾਨੂੰਨਾਂ ਨੂੰ ਰੱਦ ਕਰ ਦੇਵੇ। ਅਸਾਂ ਕੀ ਲੈਣਾ? ਵੇਖੋ ਉੱਥੇ 8 ਮਹੀਨੇ ਹੋ ਗਏ ਨੇ ਸੜਕਾਂ ਦੇ ਹੱਡ ਰੋਲਦਿਆਂ ਨੂੰ। ਦੁਨੀਆ ਵੇਖ ਰਹੀ, ਉਧਰ ਦੁਨੀਆ ਦੀਆਂ ਨਿਗਾਹ ਲੱਗੀਆਂ ਹੋਈਆਂ ਨੇ। ਸਾਡੀ ਕੇਂਦਰ ਦੀ ਸਰਕਾਰ ਹੈ ਜਿਹੜੀ, ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹਦਾ 56 ਇੰਚ ਦੀ ਛਾਤੀ ਹੈ, 56 ਇੰਚ ਦਾ ਸੀਨਾ ਹੈ ਜਿਹਦਾ, ਉਹਨੂੰ ਕਿਉਂ ਨਹੀਂ ਇੱਧਰ ਧਿਆਨ ਦਿੱਤਾ ਜਾ ਰਿਹਾ? ਉਹਦੇ ਵੱਲੋਂ ਉਹ ਕਿਉਂ ਨਹੀਂ ਇੱਧਰ ਵੇਖ ਰਿਹਾ? ਉਹਨਾਂ ਨੂੰ ਸਪੈਸ਼ਲ ਇੱਧਰ ਧਿਆਨ ਦੇਣਾ ਚਾਹੀਦਾ। ਮੈਂ ਕਈ ਵਾਰ ਗੱਲ ਕੀਤੀ ਹੈ ਕਿ ਮੋਦੀ ਸਾਹਿਬ ਨੂੰ ਸਪੈਸ਼ਲ ਤੌਰ ਤੇ ਇੱਧਰ ਧਿਆਨ ਦੇ ਕੇ ਇਹ ਮਸਲਾ ਹੱਲ ਕਰਨਾ ਚਾਹੀਦਾ ਹੈ। ਆਪਣੇ ਦੇਸ਼ ਦੀ ਵੀ ਇੱਜ਼ਤ ਵਧਾਉਣੀ ਚਾਹੀਦੀ ਹੈ। ਇਹਦੇ ਨਾਲ ਦੇਸ਼ ਦੀ ਇੱਜ਼ਤ ਜਿਹੜੀ ਉਹ ਵੀ ਖਰਾਬ ਹੋ ਰਹੀ ਹੈ। ਬੂਟਾ ਜੀ, ਹੁਣ ਪੁਲਿਸ ਕਹਿੰਦੀ ਵੀ ਤੁਸੀਂ ਪਾਰਲੀਮੈਂਟ ਦੇ ਅੱਗੇ ਨਾ ਜਾਓ, ਉੱਥੇ ਨਾ ਪ੍ਰੋਟੈਸਟ ਕਰੋ, ਤੁਹਾਨੂੰ ਅਸੀਂ ਹੋਰ ਥਾਂ ਦੇ ਦਿੰਦੇ ਹਾਂ, ਤੁਸੀਂ ਆਪਣੀ ਥਾਂ ਬਦਲ ਲਓ। ਸੇਮ ਉਹੀ ਚੀਜ਼ ਹੋ ਰਹੀ ਹੈ 26 ਵਾਲੀ। ਮੈਂ ਤੁਹਾਨੂੰ ਕਹਿ ਰਿਹਾ ਵਾਰ-ਵਾਰ।
ਨਹੀਂ ਥਾਂ ਤਾਂ ਪੁਲਿਸ ਸਾਨੂੰ ਫਿਰ ਜਿਵੇਂ ਅਸੀਂ ਇੱਥੇ ਬੈਠੇ ਹਾਂ ਇੱਥੇ ਕਰੀ ਜੀ ਅਸੀਂ ਤਾਂ ਕਰ ਹੀ ਰਹੇ ਰੋਜ਼ ਅਸੀਂ ਇਹਦੇ ਨਹੀਂ ਇਹ ਸਾਡਾ ਪ੍ਰੋਗਰਾਮ ਲਿਖਿਆ ਸੀ ਵੀ ਅਸੀਂ ਪਾਰਲੀਮੈਂਟ ਦੇ ਬਾਹਰ ਜਾ ਕੇ ਜੀ ਆਪਣਾ ਇੱਕ ਪਾਰਲੀਮੈਂਟ ਸੈਸ਼ਨ ਲਾਵਾਂਗੇ ਕਿਸਾਨਾਂ ਵੱਲੋਂ ਜੀ। ਪਾਰਲੀਮੈਂਟ ਅੰਦਰ ਚੱਲੂਗਾ ਸਰਕਾਰ ਦਾ ਜਿਹੜਾ ਅਸੀਂ ਆਪਣੀਆਂ ਬਾਹਰ ਗੱਲਾਂ ਰੱਖਾਂਗੇ ਅਸੀਂ ਇਸ ਕਰਕੇ ਪ੍ਰੋਗਰਾਮ ਲਿਖਿਆ ਸੀਗਾ ਬਾਕੀ ਜਿੱਥੇ ਰੋਕੇਗੀ ਸਰਕਾਰ ਸਾਨੂੰ ਪੁਲਿਸ ਰੋਕੂਗੀ ਅਸੀਂ ਆਪਣੀ ਸਟੇਜ ਉੱਥੇ ਲਾ ਲਵਾਂਗੇ ਫਿਰ ਹਿੰਸਕ ਨਹੀਂ ਹੋਵਾਂਗੇ ਜੀ। ਪਾਰਲੀਮੈਂਟ ਦੇ ਇਜਲਾਸ ਤੇ ਉਮੀਦਾਂ ਬਹੁਤ ਨੇ ਕਿਸਾਨਾਂ ਨੂੰ ਵੀ ਨੇ ਹੋਰ ਲੋਕਾਂ ਨੂੰ ਵੀ ਨੇ ਵੀ ਸਰਕਾਰ ਇਸ ਇਜਲਾਸ ਦੇ ਵਿੱਚ ਜੇਕਰ ਰੱਦ ਕਰ ਦੇਵੇ ਤਾਂ ਜਿਹੜਾ ਸਾਰੇ ਜਿਹੜੇ ਮੁਸ਼ਕਲਾਂ ਜਿਹੜੀਆਂ ਕਿਸਾਨਾਂ ਦੀਆਂ ਨੇ ਉਹ ਹੱਲ ਹੋ ਜਾਣਗੀਆਂ ਕਿਸਾਨ ਸੁਖੀ ਘਰ ਨੂੰ ਵਾਪਸ ਆ ਜਾਣਗੇ ਸਰਕਾਰ ਦੀ ਵੀ ਰਹਿ ਜਾਊਗੀ ਕਿਉਂਕਿ ਸਰਕਾਰ ਨਹੀਂ ਚੁੱਕ ਰਹੀ ਤੁਹਾਨੂੰ ਲੱਗਦਾ ਵੀ ਇਸ ਇਜਲਾਸ ਦੇ ਵਿੱਚ ਕੋਈ ਹੱਲ ਨਿਕਲੇਗਾ ਜਾਂ ਫਿਰ ਕੋਈ ਨਵਾਂ ਕੋਈ ਰਾਹ ਨਿਕਲੇਗਾ? ਵੇਖੋ ਇਹ ਗੱਲ ਸਰਕਾਰ ਤੇ ਡਿਪੈਂਡ ਕਰਦੀ ਹੈ ਸਰਕਾਰ ਨੇ ਹੀ ਇਹ ਰਸਤਾ ਕੱਢਣਾ ਅਸੀਂ ਤਾਂ ਵੇਖੋ ਹੁਣ 8 ਮਹੀਨੇ ਹੋ ਗਏ ਨਾ ਜੀ ਬੈਠਿਆਂ ਨੂੰ ਉੱਥੇ ਅਸੀਂ ਤਾਂ ਕਹਿ ਰਹੇ ਹਾਂ ਸਰਕਾਰ ਕੋਈ ਰਸਤਾ ਕੱਢੇ ਇਹਦਾ ਇਹ ਤਾਂ ਸਰਕਾਰ ਤੇ ਡਿਪੈਂਡ ਕਰਦਾ ਸਰਕਾਰ ਕੀ ਕਰਨਾ ਚਾਹੁੰਦੀ ਹੈ ਅਜੇ ਸਾਨੂੰ ਹੋਰ ਬਾਉਣਾ ਚਾਹੁੰਦੀ ਹੈ ਉੱਥੇ ਅਜੇ ਜੇ ਸਰਕਾਰ ਦਾ ਮਨ ਨਾ ਰਾਜੀ ਹੋਇਆ ਵੀ ਅਜੇ ਹੋਰ ਬੈਠਣੇ ਜੇ ਹੋਰ ਗੋਡੇ ਰਗੜਨ ਤੇ ਅਸੀਂ ਬੈਠੇ ਹਾਂ ਉੱਥੇ ਪਰ ਇਹਨਾਂ ਵੀ ਇਹ ਸਰਕਾਰ ਦੇ ਕੋਲ ਸਾਰੀਆਂ ਪਾਵਰਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦਈ ਕਿ ਸਰਕਾਰ ਨੂੰ ਆਪਣੇ ਦੇਸ਼ ਦੀ ਇੱਜ਼ਤ ਵੀ ਬਚਾਉਣੀ ਚਾਹੀਦੀ ਹੈ ਤੇ ਦੇਸ਼ ਦਾ ਅੰਨਦਾਤਾ ਹੈ ਜਿਹੜਾ ਜਿੰਨੇ ਅੰਨ ਨਾਲ ਭੰਡਾਰ ਭਰੇ ਨੇ ਦੇਸ਼ ਦੇ ਸਰਕਾਰ ਤਾਂ ਪਹਿਲਾਂ ਮੰਗਤੀ ਹੋ ਗਈ ਇਹਨਾਂ ਕੋਲ ਕਿੱਥੇ ਅੰਨ ਸੀਗਾ ਹੈ ਨਹੀਂ ਸੀ ਨਾ ਜਦੋਂ ਨਾਅਰਾ ਦਿੱਤਾ ਸੀ ਜੈ ਜਵਾਨ ਤੇ ਜੈ ਕਿਸਾਨ ਦਾ ਅੱਜ ਉਹਨਾਂ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਰੋਲਾ ਜਾ ਰਿਹਾ ਹੈ ਇਸ ਕਰਕੇ ਇਹਨਾਂ ਨੂੰ ਕਿਸਾਨ ਮਜ਼ਦੂਰ ਮੁਲਾਜ਼ਮ ਛੋਟਾ ਵਪਾਰੀ ਦੁਕਾਨਦਾਰ ਛੋਟਾ ਸਾਰਿਆਂ ਦੀ ਇੱਜ਼ਤ ਵੱਲ ਵੇਖਣਾ ਚਾਹੀਦਾ ਹੈ ਸਾਰਾ ਦੇਸ਼ ਸੜਕਾਂ ਤੇ ਆ ਦੇਸ਼ ਦੀ ਇੱਜ਼ਤ ਬਚਾਉਣੀ ਚਾਹੀਦੀ ਹੈ ਇਹ ਪ੍ਰਧਾਨ ਮੰਤਰੀ ਦੇ ਵੱਸ ਦੀ ਗੱਲ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਇਹੀ ਮਤਾ ਲਿਆ ਕੇ ਕਾਨੂੰਨ ਪਾਰਲੀਮੈਂਟ ਦੇ ਅੰਦਰ ਰੱਦ ਕਰ ਦੇਣੇ ਚਾਹੀਦੇ ਜੀ। ਆਪਾਂ ਗੱਲਬਾਤ ਵੀ ਕਰਦੇ ਨਾਲ ਨਾਲ ਤੁਸੀਂ ਵੀ ਚਾਹ ਵੀ ਲੈ ਸਕਦੇ ਹੋ ਤੇ ਇੱਕ ਬੂਟਾ ਜੀ ਹੋਰ ਸਵਾਲ ਨੇ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਵੀ ਇਹ ਜਨ ਅੰਦੋਲਨ ਬਣ ਗਿਆ ਉਹਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਵੀ ਹੈਗੀਆਂ ਨੇ ਜੋ ਡਾਕਟਰੀ ਸਹਾਇਤਾ ਦਿੰਦੀਆਂ ਨੇ ਉਹ ਸੰਸਥਾਵਾਂ ਵੀ ਹੈਗੀਆਂ ਨੇ ਨਿਹੰਗ ਸਿੰਘ ਜਥੇਬੰਦੀਆਂ ਵੀ ਹੈਗੀਆਂ ਨੇ ਫਿਰ ਕਿਸਾਨ ਹੀ ਕਿਉਂ ਜਾ ਰਹੇ ਨੇ ਪਾਰਲੀਮੈਂਟ ਦੇ ਅੱਗੇ ਉਹਨਾਂ ਨੂੰ ਕਿਉਂ ਨਹੀਂ ਨਾਲ ਲਿਆ ਗਿਆ ਸਮਾਜ ਸੇਵੀ ਸੰਸਥਾਵਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੇ ਇੱਕ ਆਗੂ ਜਾਂ ਦੋ ਆਗੂ ਕਿਉਂ ਨਹੀਂ ਲੈ ਗਏ ਹੈਗੇ ਇਹ ਵੀ ਸਵਾਲ ਲੋਕਾਂ ਦੇ ਨੇ ਸਾਨੂੰ ਵੀ ਲੋਕ ਪੁੱਛਦੇ ਨੇ ਵੀ ਜਥੇਬੰਦੀਆਂ ਹੀ ਕਿਉਂ ਜਾ ਰਹੀਆਂ ਨੇ ਇੱਕ ਪਾਸੇ ਦਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜਾਂ ਸਾਰੀਆਂ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜਨ ਅੰਦੋਲਨ ਨਹੀਂ ਵੇਖੋ ਜਨ ਅੰਦੋਲਨ ਹੈ ਜਿਹੜੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਤੁਸੀਂ ਗੱਲ ਕਰਦੇ ਹੋ ਜੀ ਉਹ ਤਾਂ ਠੀਕ ਹੈ ਉਹ ਤਾਂ ਬੈਠੇ ਨੇ ਉੱਥੇ ਉਹਨਾਂ ਦਾ ਮਤਲਬ ਅਸੀਂ ਲੈ ਕੇ ਬਿਲਕੁਲ ਉਹਨਾਂ ਨੂੰ ਤਕਲੀਫ ਨਹੀਂ ਅਸੀਂ ਦਿੱਤੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਦਾ ਕਲੀਅਰ ਉਹਨਾਂ ਨੂੰ ਅਸੀਂ ਤਕਲੀਫ ਨਹੀਂ ਦੇਣਾ ਚਾਹੁੰਦੇ ਠੀਕ ਹੈ ਨਾ ਉਹ ਆਪਣੇ ਜਿਹੜਾ ਉਹਨਾਂ ਦਾ ਸਿਸਟਮ ਆ ਉਹਦੇ ਵਿੱਚ ਮਸਤ ਨੇ ਬਿਲਕੁਲ ਠੀਕ ਹੈ ਜੀ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਬਾਕੀ ਜਥੇਬੰਦੀਆਂ ਜਿਹੜੀਆਂ ਨੇ ਜਿਵੇਂ ਤੁਸੀਂ ਧਾਰਮਿਕ ਸਮਾਜਿਕ ਜਥੇਬੰਦੀਆਂ ਦੀ ਗੱਲ ਕਰਦੇ ਹੋ ਡਾਕਟਰਾਂ ਦੀ ਗੱਲ ਕਰਦੇ ਹੋ ਉਹ ਸਾਰੇ ਵਿੱਚ ਨੇ ਉਹ ਸਾਰੇ ਕਿਸਾਨੀ ਚਾਹੁੰਦੇ ਆ ਆਪਾਂ ਜੇਕਰ ਭੇਜਣੇ ਨੇ ਕਿ ਨਹੀਂ ਆਪਾਂ ਉੱਥੇ ਇੱਕ ਕਿਸਾਨੀ ਦਾ ਹੀ ਨਾਂ ਦੇ ਕੇ ਭੇਜਦੇ ਵੀ ਕਿਸਾਨ ਮਜ਼ਦੂਰਾਂ ਦੇ ਜਥੇ ਜਾ ਰਹੇ ਆ ਉਹਦੇ ਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਮਾਜ ਸੇਵੀ ਦਾ ਜਾ ਰਿਹਾ ਆਪਾਂ ਵੰਡੀਆਂ ਨਹੀਂ ਪਾਣਾ ਚਾਹੁੰਦੇ ਉਹਦੇ ਵਿੱਚ ਵੀ ਆ ਦੂਜਾ ਜਾਂ ਤੀਜਾ ਜਾਂ ਚੌਥਾ ਇਹ ਨਹੀਂ ਸਾਰੇ ਹੀ ਉਹਦੇ ਚ ਕਿਸਾਨ ਮਜ਼ਦੂਰ ਨੇ ਜਿਹੜੇ ਉਹ ਇਕੱਠੇ ਹੋ ਕੇ ਇੱਕ ਲਾਈਨ ਦੇ ਵਿੱਚ ਜਾ ਰਹੇ ਨੇ ਠੀਕ ਹੈ ਇਸ ਕਰਕੇ ਸਾਰੇ ਵਿੱਚ ਸ਼ਾਮਲ ਨੇ ਉਹਦੇ ਚ ਸਾਰੇ ਜਾ ਰਹੇ ਨੇ ਲੱਖਾ ਸਿਧਾਣਾ ਤੇ ਦੀਪ ਸਿੱਧੂ ਵੀ ਜਾਣਗੇ ਨਾਲ ਵੇਖੋ ਉਹਦੇ ਬਾਰੇ ਉਹ ਆਪ ਦੱਸ ਸਕਦੇ ਨੇ ਉਹਦੇ ਬਾਰੇ ਮੈਂ ਨਹੀਂ ਕੁਝ ਵੀ ਕਹਿ ਸਕਦਾ ਕੀ ਕਿਸਾਨ ਮੋਰਚੇ ਨਾਲ ਕੋਈ ਗੱਲਬਾਤ ਹੋਈ ਨਹੀਂ ਕਿਉਂਕਿ ਲੱਖੇ ਸਿਧਾਣੇ ਵੀ ਨਾਲ ਵੀ ਕਾਫੀ ਨੌਜਵਾਨ ਜਿਹੜੇ ਜੁੜੇ ਹੋਏ ਨੇ ਜੂਥ ਜੁੜਿਆ ਹੋਇਆ ਬਿਲਕੁਲ ਜੁੜੇ ਨਹੀਂ ਜੀ ਬਿਲਕੁਲ ਐਵੇਂ ਇਹਦੇ ਚ ਕੋਈ ਦੂਜੀ ਗੱਲ ਆਪਾਂ ਕਰ ਨਹੀਂ ਸਕਦੇ ਬਿਲਕੁਲ ਜੁੜੇ ਹੋਏ ਨੇ ਲੱਖਾ ਸਿਧਾਣਾ ਜੀ ਉਦੋਂ 26 ਜਨਵਰੀ ਨੂੰ ਵੀ 26 ਜੁਲਾਈ ਨੂੰ ਵੀ ਆਏ ਸੀਗੇ ਇੱਥੇ ਤੇ ਇਸ ਕਰਕੇ ਉਹਨਾਂ ਨਾਲ ਜੂਥ ਜੁੜਿਆ ਔਰ ਲੋਕ ਉਹਨਾਂ ਨੂੰ ਸੁਣਨਾ ਚਾਹੁੰਦੇ ਨੇ ਆਪਾਂ ਮੰਨਦੇ ਹਾਂ ਗੱਲ ਕਲੀਅਰ ਹੈ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ ਨੌਜਵਾਨ ਤਬਕਾ ਸੁਣਨਾ ਚਾਹੁੰਦਾ ਜਿਵੇਂ ਕਲਾਕਾਰਾਂ ਨੂੰ ਸੁਣਨਾ ਚਾਹੁੰਦਾ ਉਹਦੇ ਲੱਖੇ ਨਾਲ ਵੀ ਉਹਨਾਂ ਦਾ ਲੋਕਾਂ ਦਾ ਨੇੜ ਆ ਬਾਕੀ ਅਗਲਾ ਫੈਸਲਾ ਜਿਹੜਾ ਉਹ ਸੰਯੁਕਤ ਮੋਰਚੇ ਨੇ ਕਰਨਾ ਜਾਂ ਖੁਦ ਸਿਧਾਣਾ ਜੀ ਨੇ ਤੇ ਜਾਂ ਦੀਪ ਜੀ ਨੇ ਕਰਨਾ ਉਹ ਉਹਨਾਂ ਦੇ ਆਪਣੇ ਤੇ ਡਿਪੈਂਡ ਕਰਦਾ ਹੈ ਇਹਦੇ ਬਾਰੇ ਮੈਂ ਇਕੱਲਾ ਕੁਝ ਵੀ ਨਹੀਂ ਕਹਿ ਸਕਦਾ ਪਰ ਜਿਸ ਤਰ੍ਹਾਂ ਵਾਲੀ ਗੱਲ ਜਿਹੜੀ ਉਹ ਇਹ ਜ਼ਰੂਰ ਹੈ ਕਲੀਅਰ ਪਰ ਜਿਸ ਤਰ੍ਹਾਂ ਹੁਣ ਚਰਚਾ ਚੱਲਦੀ ਹੁੰਦੀ ਹੈ ਕਿ ਬੀਜੇਪੀ ਦਾ ਆਈਟੀ ਸੈੱਲ ਆ ਉਹ ਨੌਜਵਾਨਾਂ ਨੂੰ ਜਥੇਬੰਦੀਆਂ ਨਾਲ ਤੋੜਨ ਦਾ ਯਤਨ ਕਰਦਾ ਚਾਹੇ 26 ਜਨਵਰੀ ਵਾਲਾ ਮਾਮਲਾ ਹੋਵੇ ਜਾਂ ਫਿਰ ਕਈ ਅਜਿਹੇ ਫੈਸਲੇ ਹੋਣ ਜਦੋਂ ਲੈ ਗਏ ਹੋਣ ਚਾਹੇ ਸਿਧਾਣਾ ਦੇ ਹੱਕ 'ਚ ਨਾ ਬੋਲਿਆ ਗਿਆ ਚਾਹੇ ਲੇਟ ਬੋਲਿਆ ਗਿਆ ਇਸ ਤਰ੍ਹਾਂ ਦਾ ਫਿਰ ਆਈਟੀ ਸੈੱਲ ਵੀ ਪ੍ਰਚਾਰ ਕਰ ਸਕਦਾ ਵੀ ਲੱਖਾ ਸਿਧਾਣਾ ਨੂੰ ਛੱਡਤਾ ਜਥੇਬੰਦੀਆਂ ਨੇ ਦੀਪ ਸਿੱਧੂ ਨੂੰ ਛੱਡਤਾ ਇਸ ਤਰ੍ਹਾਂ ਵੀ ਪ੍ਰਚਾਰ ਸੋਸ਼ਲ ਮੀਡੀਆ ਤੇ ਹੋ ਸਕਦਾ ਵੇਖੋ ਦੂਜੀਆਂ ਜਥੇ ਜਿਹੜੀਆਂ ਨਾ ਆਈਟੀ ਸੈੱਲ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਕੋਲ ਬਹੁਤ ਵੱਡੀ ਸ਼ਕਤੀ ਆ ਆਈਟੀ ਸੈੱਲ ਸਾਡਾ ਵੀ ਚੱਲ ਰਿਹਾ ਐਸੀ ਗੱਲ ਨਹੀਂ ਕੋਈ ਗੱਲ ਉਹਨਾਂ ਦੀ ਨੂੰ ਕੱਢਦੇ ਆ ਅਸੀਂ ਵੀ ਲੇਕਿਨ ਉਹਨਾਂ ਕੋਲ ਸਰਕਾਰ ਕੋਲ ਬਹੁਤ ਸ਼ਕਤੀ ਬਹੁਤ ਵੱਡੀ ਹੈ ਉਹਨਾਂ ਕੋਲ ਪ੍ਰਬੰਧ ਬੜੇ ਜ਼ਿਆਦੇ ਨੇ ਉਹ ਇਸੇ ਕੰਮ ਤੇ ਹੀ ਲੱਗੇ ਨੇ ਜਿੰਨਾ ਉਹ ਇੱਧਰ ਜ਼ੋਰ ਲਾ ਰਹੇ ਨੇ ਇਹਨਾਂ ਦੂਜੇ ਬੰਨੇ ਲਾ ਦੇਣ ਤੇ ਮੇਰੇ ਖਿਆਲ ਕੰਮ ਹੀ ਨਿਬੜ ਜਾਏ ਨਾ ਤਾਂ ਉਹਨਾਂ ਨੂੰ ਐਡੀ ਵੱਡੀ ਟੈਨਸ਼ਨ ਰਵੇ ਇਸ ਮੋਰਚੇ ਦੇ ਸੰਬੰਧ 'ਚ ਤੇ ਨਾ ਲੋਕਾਂ ਨੂੰ ਰਵੇ ਉਹ ਖਤਮ ਹੀ ਕਰ ਦੇਣ ਕਹਾਣੀ ਜਿਹੜਾ ਮੁੱਢ ਆ
ਕਹਿੰਦੇ ਨਾ ਕਿਵੇਂ ਕਮਲੇ ਦੀ ਮਾਂ ਮਰੇ ਕਮਲਾ ਨਾ ਮਰੇ ਉਹਦੀ ਮਾਂ ਮਰੇ। ਇਹਨੂੰ ਖਤਮ ਕਰਨ ਸਾਰੇ ਸੌਦੇ ਨੂੰ, ਲੋੜ ਹੀ ਕੋਈ ਨਹੀਂ ਕਿਸੇ ਪਾਸੇ ਚੱਕਰਾਂ 'ਚ ਪੈਣ ਦੀ। ਇਹ ਕਾਨੂੰਨ ਰੱਦ ਕਰ ਦੇਣ, ਸਾਰਾ ਦੇਸ਼ ਸੁਖੀ ਹੋ ਜਾਊਗਾ, ਸਾਰੇ ਲੋਕ ਸੁਖੀ ਹੋ ਜਾਣਗੇ। ਹੋ ਸਕਦਾ ਹੈ ਲੋਕ ਮੋਦੀ ਨੂੰ ਚੰਗਿਆ ਕਹਿਣ ਲੱਗ ਜਾਣ ਜਿਹੜੇ ਅੱਜ ਮਾੜਾ ਕਹਿ ਰਹੇ ਨੇ। ਜਿਹੜੇ ਉਹਨੂੰ ਮਾੜਾ ਕਹਿ ਰਹੇ ਨਾ ਮੋਦੀ ਸਾਹਿਬ ਨੂੰ, ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੋ, ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ, ਦੁਸ਼ਮਣ ਤਾਂ ਨਹੀਂ ਸਾਡਾ ਹੈਗਾ, ਲੇਕਿਨ ਇਹ ਆ ਵੀ ਉਹਨਾਂ ਨੇ ਕੰਮ ਮਾੜਾ ਕਰਤਾ, ਅੱਜ ਸਾਰੀ ਦੁਨੀਆ ਦੁਸ਼ਮਣ ਬਣੀ ਖੜੀ ਉਹਦੀ। ਤੇ ਜੇ ਉਹ ਇਹ ਸਹੀ ਰਸਤੇ ਤੇ ਆ ਕੇ ਕਾਨੂੰਨ ਰੱਦ ਕਰ ਦਿੰਦੇ, ਇਸੇ ਮੂੰਹ ਨਾਲ ਲੋਕਾਂ ਨੇ ਚੰਗਾ ਕਹਿਣ ਲੱਗ ਜਾਣਾ, ਚਲੋ ਵੀ ਠੀਕ ਕਰਤਾ, ਸਾਨੂੰ ਰੋਲਿਆ ਬੇਸ਼ੱਕ ਇੰਨਾ ਚਿਰਿਆ, ਪਰ ਚਲੋ ਫੇਰ ਵੀ ਠੀਕ ਕਰਤਾ। ਇਹ ਲੋਕਾਂ ਦੀ ਪਰੰਪਰਾ ਹੈ, ਭੁੱਲ ਜਾਂਦੇ ਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜਾ ਪੰਧੇਰ ਤੇ ਪੰਨੂ ਉਹਨਾਂ ਦਾ ਗਰੁੱਪ ਆ, ਉਹਨਾਂ ਦੀ ਜਥੇਬੰਦੀ ਮਾਝੇ ਦੇ ਵਿੱਚ ਬਹੁਤ ਵਧੀਆ ਕੰਮ ਕਰਦੀ, ਉਹ ਵੀ ਤੁਹਾਡੇ ਨਾਲ ਜਾ ਰਹੀ ਹੈ ਉੱਥੇ ਪਾਰਲੀਮੈਂਟ ਦੇ ਘਰੋਂ ਤੇ? ਨਹੀਂ, ਮੇਰਾ ਖਿਆਲ ਸ਼ਾਇਦ ਹੋ ਸਕਦਾ, ਉਹ ਨਹੀਂ, ਮੈਂ ਮੀਟਿੰਗ 'ਚ ਦੇਖਿਆ ਨਹੀਂ ਉਹਨਾਂ ਨੂੰ। ਹਾਂ ਸ਼ਾਇਦ ਹੋਦਾ, ਕਿਉਂਕਿ ਪਿਛਲੀ ਵਾਰ ਵੀ ਥੋੜੀ ਜਿਹੀ ਗੜਬੜ ਜਿਹੜੀ ਏ ਉਹ ਸਾਰਿਆਂ ਨੂੰ ਇਹੀ ਡਾਊਟ ਸੀ ਵੀ ਉੱਥੋਂ ਸ਼ੁਰੂ ਹੋਈ। ਅਸੀਂ 10 ਵਜੇ ਚੱਲਣਾ ਸੀਗਾ, 10 ਵਜੇ ਦਾ ਟਾਈਮ ਸੀ, ਉਹ 7:45 ਵਜੇ ਦੇ ਕਰੀਬ ਉੱਥੋਂ ਨਿਕਲ ਗਏ ਤੇ ਹੋਰ ਵੀ ਪਬਲਿਕ ਉਹਨਾਂ ਦੇ ਨਾਲ ਚਲੀ ਗਈ। ਇਸ ਕਰਕੇ ਉਹ ਉਦੋਂ ਦਾ ਹੀ ਉਹ ਸਾਡਾ ਜਿਹੜਾ ਥੋੜਾ ਜਿਹਾ ਇੱਕ ਦੂਜੇ ਦੇ ਪ੍ਰਤੀ ਦੂਰ ਹੋਏ ਸਾਂ, ਉਹ ਨੇੜਤਾ ਨਹੀਂ ਬਣ ਸਕੀ। ਹੁਣ ਜਾਨੀ ਕਿ ਉਹ ਜੋ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਪ੍ਰੋਟੈਸਟ ਦੀ ਪਾਰਲੀਮੈਂਟ ਦੇ ਸਾਹਮਣੇ, ਉਹਦਾ ਹਿੱਸਾ ਨਹੀਂ ਹੋਣਗੇ ਉਹ? ਮੇਰੇ ਖਿਆਲ ਮੁਤਾਬਕ ਹੋ ਸਕਦਾ, ਸ਼ਾਇਦ ਨਾ ਹੋਣ। ਹਾਂ, ਮੈਂ ਤੁਹਾਨੂੰ ਕਲੀਅਰ ਨਹੀਂ ਇਹਦੇ 'ਚ ਕਹਿ ਸਕਦਾ, ਮੇਰਾ ਖਿਆਲ, ਕਿਉਂਕਿ ਮੈਂ ਮੀਟਿੰਗ ਨਹੀਂ ਦੇਖੀ, ਮੈਂ ਪੰਜਾਬ ਆ ਗਿਆ ਸੀ, ਉਦੋਂ ਬਾਅਦ ਕੋਈ ਗੱਲ ਹੋ ਗਈ ਹੋਵੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ। ਬੂਟਾ ਜੀ, ਪੰਜਾਬ ਦੇ ਵਿੱਚ 22 ਦੀਆਂ ਚੋਣਾਂ ਵੀ ਬਿਲਕੁਲ ਨੇੜੇ ਨੇ, 2022 ਵਿਧਾਨ ਸਭਾ ਚੋਣੀਆਂ, ਪਾਰਟੀਆਂ ਵੀ ਤਿਆਰੀ ਕਰ ਰਹੀਆਂ ਨੇ। ਇਸੇ ਦੌਰਾਨ ਗੁਰਨਾਮ ਸਿੰਘ ਚੜੂਨੀ ਦਾ ਬਿਆਨ ਆਉਂਦਾ, ਉਹ ਕਹਿੰਦੇ ਕਿ ਪੰਜਾਬ ਦੀਆਂ ਜਥੇਬੰਦੀਆਂ ਨੂੰ ਪੰਜਾਬ ਮਿਸ਼ਨ ਚਲਾਉਣਾ ਚਾਹੀਦਾ, ਪੰਜਾਬ ਬਾਰੇ ਸੋਚਣਾ ਚਾਹੀਦਾ ਹੈ। ਜੇਕਰ ਇੱਥੋਂ ਝਟਕਾ ਮਿਲੂਗਾ ਬੀਜੇਪੀ ਨੂੰ ਜਾਂ ਹੋਰ ਸਾਰੀਆਂ ਪਾਰਟੀਆਂ ਨੂੰ, ਤਾਂ ਹੀ ਕਿਸਾਨ ਮਜ਼ਬੂਤ ਹੋ ਸਕਦੇ ਨੇ, ਅੰਦੋਲਨ ਦੀ ਜਿੱਤ ਹੋ ਸਕਦੀ ਹੈ। ਉਹ ਕਹਿੰਦੇ ਅਸੀਂ 7-8 ਮਹੀਨੇ ਬੈਠੇ, ਸਾਨੂੰ ਕੀ ਪ੍ਰਾਪਤ ਹੋਇਆ? ਕੁਝ ਨਹੀਂ ਪ੍ਰਾਪਤ ਹੋਇਆ। ਬਾਅਦ ਵਿੱਚ ਸੰਯੁਕਤ ਕਿਸਾਨ ਮੋਰਚੇ ਨੂੰ ਸਸਪੈਂਡ ਕਰ ਦਿੱਤਾ। ਨਹੀਂ, ਵੇਖੋ ਉਹ ਗੱਲ ਉਹ ਠੀਕ ਹੈ, ਜੋ ਉਹ ਆਪਣੇ ਹਿਸਾਬ ਨਾਲ ਕਰ ਰਹੇ ਨੇ, ਗੱਲ ਉਹ ਠੀਕ ਹੈ। ਉਹਨਾਂ ਨੂੰ ਥੋੜੀ ਜਿਹੀ ਉੱਥੇ ਗਲਤੀ ਕਰਕੇ ਉਹਨਾਂ ਨੂੰ ਸੰਯੁਕਤ ਮੋਰਚੇ ਵਿੱਚ ਗੱਲ ਪਹਿਲਾਂ ਠਾ ਲੈਣੀ ਚਾਹੀਦੀ। ਸੰਯੁਕਤ ਮੋਰਚੇ 'ਚ ਗੱਲ ਰੱਖੀ ਜਿਹੜੀ ਉਹ ਬਾਹਰ ਕੀਤੀ ਜਾਏ, ਫਿਰ ਉਹਦਾ ਕੋਈ ਇਤਰਾਜ਼ ਨਹੀਂ ਹੁੰਦਾ, ਹਨਾ। ਗੱਲ ਜਿਹੜੀ ਉਹ ਕਰਦੇ ਨੇ ਲੋਕਾਂ ਦੀ ਕਰ ਰਹੇ ਨੇ। ਅੱਜ ਲੋਕ ਜਿਹੜੇ ਨੇ ਪੰਜਾਬ 'ਚ ਚਾਹੁੰਦੇ ਨੇ, ਇਹ ਗੱਲ ਬਿਲਕੁਲ ਉਹਨਾਂ ਦੀ ਕਲੀਅਰ ਆ, ਚਾਹੁੰਦੇ ਨੇ ਲੋਕ ਚਾਹੁੰਦੇ ਨੇ ਬਿਲਕੁਲ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਇਹ ਕੋਈ ਨਾ ਕੋਈ ਸਾਨੂੰ ਪ੍ਰੋਗਰਾਮ ਪੰਜਾਬ ਦੇ ਵਿੱਚ 22 ਵਾਸਤੇ ਦੇਣ, ਅਸੀਂ ਉਹਨਾਂ ਦੀ ਗੱਲ ਹੈ ਜਿਹੜੀ ਉਹਨੂੰ ਸਿਰੇ ਚਾੜਾਂਗੇ। ਲੋਕ ਇਹ ਚਾਹੁੰਦੇ ਨੇ, ਪਰ ਚੰਡੂਨੀ ਸਾਹਿਬ ਇੱਥੇ ਗਲਤੀ ਕਰ ਗਏ, ਜਿਹੜਾ ਉਹਨਾਂ ਨੇ ਸੰਯੁਕਤ ਮੋਰਚੇ 'ਚ ਨਾ ਰੱਖੀ ਤੇ ਆਪਣਾ, ਜਿਵੇਂ ਉਹ ਕਹਿੰਦੇ ਨੇ ਮੈਂ ਆਪਣਾ ਵਿਚਾਰ ਪੇਸ਼ ਕੀਤਾ। ਜਦੋਂ ਆਪਾਂ ਇਹ ਵਿਚਾਰ ਵੀ ਪੇਸ਼ ਕਰਦੇ ਆ ਸੰਯੁਕਤ ਮੋਰਚੇ ਦੇ ਵਿੱਚੋਂ, ਵਿਚਾਰ ਟਕੈਤ ਸਾਹਿਬ ਦਾ ਨਿਕਲਿਆ। ਇੱਕ ਵਾਰ ਤੁਹਾਡੇ ਯਾਦ ਹੋਣਾ, ਉਹਨਾਂ ਨੇ ਗੱਲ ਕਹਿਤੀ ਕਿ ਜੇ ਅਸੀਂ ਸਰਕਾਰ ਨੇ ਸਾਡੀ ਫਸਲ ਨਾ ਖਰੀਦੀ, ਉਹਨਾਂ ਨੇ ਪਤਾ ਨਹੀਂ ਕਹਿਤਾ ਵਾਹ ਦਿਆਂਗੇ ਜਾਂ ਅੱਗ ਲਾ ਦਿਆਂਗੇ, ਬਿਲਕੁਲ ਅੱਗ ਲਾ ਦਿਆਂਗੇ ਕਹਿਤਾ। ਸਾਨੂੰ ਪਤਾ ਕਿਵੇਂ ਤਰਲੇ ਕਰ ਕਰਕੇ, ਵੀਡੀਓ ਪਾ ਕੇ, ਮਿੰਨਤਾਂ ਕਰ ਕਰਕੇ ਲੋਕਾਂ ਨੂੰ ਰੋਕਿਆ, ਤੇ ਨਹੀਂ ਤਾਂ ਲੋਕ ਇਸੇ ਪਾਸੇ ਲੱਗ ਗਏ। ਲੋਕਾਂ ਨੇ ਪੱਕੀਆਂ ਵਰਗੀਆਂ ਫਸਲਾਂ ਹੋਈਆਂ ਪਈਆਂ ਸੀ, ਨਿਸਰੀਆਂ ਫਸਲਾਂ ਵਾਹੁਣੀਆਂ ਸ਼ੁਰੂ ਕਰਤੀਆਂ। ਇਸ ਕਰਕੇ ਜਿਹੜਾ ਸੰਯੁਕਤ ਮੋਰਚੇ ਦਾ ਕੋਈ ਐਲਾਨ, ਕੋਈ ਨਿਕਲਿਆ ਉੱਥੋਂ ਬਿਆਨ, ਲੋਕ ਉਹਨੂੰ ਉਸੇ ਟਾਈਮ ਅਮਲੀ ਜਾਮਾ ਪਹਿਨਾਉਂਦੇ ਨੇ। ਪਰ ਜੇਕਰ ਸੰਯੁਕਤ ਮੋਰਚੇ ਦੇ ਸਾਹਮਣੇ ਚੜੂਨੀ ਸਾਹਿਬ ਆਪਣੀ ਗੱਲ ਰੱਖ ਦਿੰਦੇ, ਫਿਰ ਕਾਰਵਾਈ ਨਹੀਂ ਹੋਣੀ ਸੀ, ਫਿਰ ਅਮਲ ਹੁੰਦਾ ਗੱਲ ਤੇ? ਨਹੀਂ, ਉਹ ਅਗਲੀ ਗੱਲ ਹੁੰਦੀ ਹੈ, ਉਹਦੇ ਤੇ ਕੀ ਬਣਦਾ, ਠੀਕ ਹੈ ਨਾ। ਜੇਕਰ ਉਹ ਪਹਿਲਾਂ ਵਿੱਚ ਰੱਖ ਲੈਂਦੇ ਗੱਲ, ਤੇ ਸ਼ਾਇਦ ਇਹ ਮਾਹੌਲ ਜਿਹੜਾ ਹੁਣ ਬਣਿਆ ਇਹ ਨਾ ਬਣਦਾ, ਉੱਤੇ ਵਿਚਾਰ ਕੀਤੀ ਜਾਂਦੀ, ਚੰਡੂਨੀ ਸਾਹਿਬ ਨੂੰ ਰੋਕਿਆ ਜਾਂਦਾ ਵੀ ਤੁਸੀਂ ਅਜੇ ਸਮਾਂ ਨਹੀਂ। ਕਿਉਂਕਿ ਸਾਡੀ ਜਿਹੜੀ ਨਿਗਾਹ ਹੈ ਨਾ, ਉਹ ਕੇਵਲ ਤੇ ਕੇਵਲ 3 ਕਾਨੂੰਨਾਂ ਤੇ ਟਿਕੀ ਹੈ ਵੀ ਇਹ ਕਾਨੂੰਨ ਰੱਦ ਕਰਾਏ ਜਾਣ। ਕਾਨੂੰਨ ਰੱਦ ਹੋਣਗੇ ਤੇ ਦੇਸ਼ ਬਚੂਗਾ, ਕਿਸਾਨ ਬਚੂਗਾ, ਮਜ਼ਦੂਰ ਬਚੂਗਾ। ਤਾਂ ਹੀ ਤੁਹਾਡੀ ਕੀ ਰਾਏ ਆ 2022 ਦੀਆਂ ਚੋਣਾਂ ਦੇ ਵਿੱਚ, ਕਿਉਂਕਿ ਕਿਸਾਨ ਅੰਦੋਲਨ ਤੇ ਹਰ ਕਿਸੇ ਦੇ ਨਜ਼ਰਾਂ ਟਿਕੀਆਂ ਨੇ, ਪੂਰੀ ਦੁਨੀਆ ਦੇਖ ਰਹੀ ਆ, ਲੱਗਦਾ ਤੁਹਾਨੂੰ ਵੀ ਕਿਸਾਨਾਂ ਨੂੰ ਜੇਕਰ ਸਿੱਧੇ ਤੌਰ ਤੇ ਨਹੀਂ ਜਾਂ ਕਿਸੇ ਦੀ ਸਪੋਰਟ ਕਰਨੀ ਚਾਹੀਦੀ ਹੈ, ਜਾਂ ਆਪਣੇ ਬੰਦੇ ਖੜਾਉਣੇ ਚਾਹੀਦੇ ਨੇ, ਉਤਰਨਾ ਚਾਹੀਦਾ ਮੈਦਾਨ ਦੇ ਵਿੱਚ? ਵੇਖੋ, ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਜਿਹੜਾ ਮੇਰਾ ਨਿੱਜੀ ਵਿਚਾਰ ਹੈ ਜਾਂ ਲੋਕਾਂ ਦੀ ਰਾਏ ਹੈ, ਜਿਹੜੀ ਸਾਨੂੰ ਅੱਜ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਕਿਉਂਕਿ ਕਾਨੂੰਨ ਰੱਦ ਨਹੀਂ ਹੋਏ। ਕਾਨੂੰਨਾਂ ਦੀ ਅਸੀਂ ਲੜਾਈ ਲੈ ਕੇ ਦਿੱਲੀ ਪਹੁੰਚੇ ਹਾਂ। ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ, ਉਹਨਾਂ ਚਿਰ ਸਾਨੂੰ ਇਸ ਪਾਸੇ ਧਿਆਨ ਦੇਣਾ ਨਹੀਂ ਬਣਦਾ। ਦੂਜੀ ਗੱਲ ਜਿਹੜੀ ਲੋਕਾਂ ਦੀ ਗੱਲ ਹੈ, ਲੋਕ ਬਿਲਕੁਲ ਚਾਹੁੰਦੇ ਨੇ, ਕਿਉਂਕਿ ਅਸੀਂ ਵੀ ਸਵੇਰ ਤੋਂ ਸ਼ਾਮ ਤੱਕ ਪਬਲਿਕ ਦੇ ਵਿੱਚ ਰਹਿੰਦੇ ਹਾਂ, ਲੋਕ ਇਹ ਗੱਲ ਚਾਹੁੰਦੇ ਨੇ, ਯਾਰ ਤੁਸੀਂ ਕਰੋ ਕੁਛ ਨਾ ਕੁਛ। ਅੱਜ ਲੋਕ ਦੁਖੀ ਨੇ, ਲੋਕ ਨਵਾਂ ਬੱਦਲ ਵੇਖਣਾ ਚਾਹੁੰਦੇ ਆ, ਲੋਕ ਬਦਲ ਚਾਹੁੰਦੇ ਨੇ, ਨਵਾਂ ਆਵੇ ਜਿਹੜਾ ਸ਼ਾਇਦ ਸਾਡੀ ਕੱਲ ਨੂੰ ਗੱਲ ਕਰੇ। ਲੋਕਾਂ ਦਾ ਇੱਥੋਂ ਵੀ ਭਰੋਸਾ ਵੱਜਦਾ ਵੀ ਅੱਜ ਜੇਕਰ ਇਹਨਾਂ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਮੁੱਦਾ ਨਾ ਚੁੱਕਦੀਆਂ ਤੇ ਕੋਈ ਵੀ ਕਿਸੇ ਨੇ ਗੱਲ ਨਹੀਂ ਸੀ ਕੀਤੀ, ਚੁੱਪ ਚਪੀਤੇ ਹੀ ਲਾਗੂ ਹੋ ਗਿਆ ਸੀ।
ਜੀ ਸਭ ਤੇ ਤਲਵਾਰ ਇਹ ਫਿਰ ਜਾਣੀ ਸੀ ਸਾਰਿਆਂ ਤੇ। ਲੋਕਾਂ ਦਾ ਇਸ ਕਰਕੇ ਵੀ ਭਰੋਸਾ ਵੱਜਦਾ। ਲੋਕ ਚਾਹੁੰਦੇ ਨੇ ਕਿ ਕਿਸਾਨ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਬਾਈ ਦੇ ਵਿੱਚ, ਆਪ ਨਾ ਆਉਣ, ਨੌਜਵਾਨ ਤਬਕੇ ਨੂੰ ਅੱਗੇ ਲਾਣ, ਜੋ ਮਰਜ਼ੀ ਕੁਛ ਕਰਨ, ਵੀ ਕਿਸਾਨ ਜਥੇਬੰਦੀਆਂ ਨੂੰ ਇਸ ਪਾਸੇ ਉਤਰਨਾ ਚਾਹੀਦਾ ਹੈ। ਸਾਡਾ ਵਿਚਾਰ ਜਿਹੜਾ ਉਹ ਇਹ ਆ ਕਿ ਅਸੀਂ ਕਾਲੇ ਕਾਨੂੰਨ ਜਿਹੜੇ ਨੇ ਪਹਿਲਾਂ ਉਹ ਰੱਦ ਕਰਾਈਏ। ਜੇਕਰ ਅਸੀਂ ਕਾਲੇ ਕਾਨੂੰਨ ਰੱਦ ਕਰਾਉਣ ਤੋਂ ਬਗੈਰ ਇਸ ਪਾਸੇ ਨੂੰ ਮੁੜਦੇ ਆ ਤੇ ਫਿਰ ਉਹ ਸਾਰੇ ਦਾ ਸਾਰਾ ਸਿਸਟਮ ਹੈ ਜਿਹੜਾ ਉੱਥੇ ਉਹ ਖਤਮ ਹੋ ਜਾਊਗਾ। ਕਾਨੂੰਨਾਂ ਵਾਲਾ ਜਿਹੜਾ ਸਾਡਾ ਜ਼ੋਰ ਉਧਰ ਲੱਗਿਆ, ਨਿਗਾਹ ਲੱਗੀ ਏ, ਉਹ ਢਹਿ ਢੇਰੀ ਹੋਊ ਉਧਰ। ਜੇਕਰ 22 ਦੀਆਂ ਚੋਣਾਂ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਸਾਰੀਆਂ ਜਥੇਬੰਦੀਆਂ ਅੰਦੋਲਨ ਜਿੱਤ ਲੈਂਦੀਆਂ ਨੇ, ਕਾਨੂੰਨ ਰੱਦ ਹੋ ਜਾਂਦਾ, ਫਿਰ ਕੋਈ ਵਿਚਾਰ ਬਣ ਸਕਦਾ ਚੋਣਾਂ ਲੜਨ ਬਾਰੇ? ਫਿਰ ਸਾਰੇ ਜਿਹੜੇ ਜਥੇਬੰਦੀਆਂ ਸਾਡਾ ਸੰਯੁਕਤ ਮੋਰਚਾ ਬਣਿਆ, ਉਹਨਾਂ ਨੂੰ ਬਹਿ ਕੇ ਇਹਦੇ ਤੋਂ ਸਿਰ ਜੋੜ ਕੇ ਤੇ ਬਹਿ ਕੇ ਇਹਦੇ ਤੇ ਮੀਟਿੰਗ ਕਰਕੇ ਫਿਰ ਅਗਲਾ ਫੈਸਲਾ ਜਿਹੜਾ ਉਹ ਦੇਣਾ ਚਾਹੀਦਾ। ਅਨੁਸਾਰ ਲੱਗਦੇ ਨੇ ਵੀ ਫਿਰ ਹੋ ਸਕਦਾ ਚੋਣਾਂ ਲੜਨ? ਹਾਂ, ਫਿਰ ਵੇਖੋ, ਫਿਰ ਪਬਲਿਕ ਦੀ ਰਾਏ ਅੱਗੇ, ਲੋਕਾਂ ਦੀ ਰਾਏ ਲਈ ਜਾਊਗੀ। ਲੋਕ ਕੀ ਚਾਹੁੰਦੇ ਨੇ? ਹਮੇਸ਼ਾ ਲੋਕ ਰਾਏ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ, ਲੋਕ ਰਾਏ ਅੱਗੇ ਸਿਰ ਝੁਕਾਉਣਾ ਪੈਂਦਾ। ਜੀ ਜੀ। ਇਸ ਤੋਂ ਇਲਾਵਾ ਬੀਜੇਪੀ ਦਾ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਲਗਾਤਾਰ। ਰਾਜਪੁਰੇ ਦੇ ਬਹੁਤ ਵੱਡਾ ਟਕਰਾਅ ਹੋਇਆ, ਸਾਰੀ ਰਾਤ ਬੀਜੇਪੀ ਦੇ ਲੀਡਰਾਂ ਨੂੰ ਘੇਰਾਬੰਦੀ ਕਰਕੇ ਰੱਖੀ। ਕੀ ਮਾਹੌਲ ਬਣਿਆ ਉੱਥੇ? ਕੀ ਮਾਮਲਾ ਸਾਹਮਣੇ ਆਇਆ ਸੀ? ਅਜਿਹਾ ਮਾਮਲਾ ਗਰਮਾ ਗਿਆ ਕਿ ਗ੍ਰਹਿ ਮੰਤਰੀ ਤੱਕ, ਜੇਪੀ ਨੱਡੇ ਤੱਕ ਨੂੰ, ਡੀਆਈਜੀ ਜਿਹੜੇ ਹੈਗੇ ਨੇ ਦੁੱਗਲ, ਉਹਨਾਂ ਨੂੰ ਫੋਨ ਕਰਨਾ ਪਿਆ। ਵੇਖੋ, ਇਹ ਜਿਹੜਾ ਮਾਹੌਲ ਹੈ ਨਾ ਜੀ, ਇਹ ਸਾਡੀ ਸੋਚ ਹੈ ਜਿਹੜੀ। ਅਸੀਂ ਤਾਂ ਵੈਸੇ ਸੰਯੁਕਤ ਮੋਰਚੇ ਵੱਲੋਂ ਹੁਣ ਆਇਆ ਸੀ ਤਾਂ 2 ਮਹੀਨੇ ਤੋਂ ਮੈਂ ਤਾਂ ਸਟੇਜਾਂ ਤੋਂ ਇਹ ਗੱਲ ਕਹਿੰਦਾ ਆ ਰਿਹਾ ਸੀ ਕਿ ਸਾਰੀਆਂ ਪਾਰਟੀਆਂ ਨੂੰ ਆਪਣੇ ਰਾਜਸੀ ਪ੍ਰੋਗਰਾਮ ਛੱਡ ਕੇ, ਆਪਣੇ ਏਜੰਡੇ ਛੱਡ ਕੇ ਕੇਵਲ ਤੇ ਕੇਵਲ ਕਿਸਾਨੀ ਮੁੱਦੇ ਦੀ ਗੱਲ ਕਰਨੀ ਚਾਹੀਦੀ ਹੈ। ਜੀ, ਪਿੰਡਾਂ ਵਿੱਚ ਜਾ ਕੇ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਕਿ ਦਿੱਲੀ ਚੱਲੋ। ਜੀ, ਆਪਣੀ ਰਾਜਸੀ ਗੇਮ ਉਹਨਾਂ ਨੂੰ ਬੰਦ ਕਰ ਦੇਣੀ ਚਾਹੀਦੀ ਹੈ ਤੇ ਜੇ ਕੋਈ ਰਾਜਸੀ ਗੇਮ ਚਲਾਉਂਦਾ ਪਿੰਡਾਂ ਵਿੱਚ ਜਾ ਕੇ ਤੇ ਉਹਦਾ ਵਿਰੋਧ ਕੀਤਾ ਜਾਣਾ ਚਾਹੀਦਾ, ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ। ਕੱਲਾ ਨਹੀਂ ਕਿ ਆਪਾਂ ਭਾਜਪਾ ਦਾ ਕਰ ਰਹੇ ਹਾਂ। ਜੇਕਰ ਦੂਜੇ ਆਪਣੀਆਂ ਬੋਰੀਆਂ ਭਰਨ ਦਾ ਯਤਨ ਕਰਦੇ ਨੇ, ਵੋਟਾਂ ਨਾਲ ਝੋਲੀਆਂ ਭਰਨ ਦਾ ਯਤਨ ਕਰਦੇ ਨੇ, ਤੇ ਰੋਕਿਆ ਉਹਨਾਂ ਨੂੰ ਵੀ ਜਾਣਾ ਚਾਹੀਦਾ ਹੈ। ਕੇਵਲ ਤੇ ਕੇਵਲ ਇੱਕ ਕਿਸਾਨੀ ਏਜੰਡੇ ਦੀ ਗੱਲ ਹੈ ਜਿਹੜੀ ਉਹ ਹਰ ਪਾਰਟੀ ਨੂੰ ਕਰਨੀ ਚਾਹੀਦੀ ਹੈ। ਜਿਹੜੀ ਪਾਰਟੀ ਜਾ ਕੇ ਵੋਟਾਂ ਦੀ ਗੱਲ ਕਰਦੀ ਹੈ, ਲੋਕਾਂ ਨੂੰ ਤੋੜ ਕੇ ਆਪਣੇ ਨਾਲ ਜੋੜਨ ਦਾ ਯਤਨ ਕਰਦੀ ਹੈ, ਉਹਨਾਂ ਲੋਕਾਂ ਨੂੰ ਹਰ ਇੱਕ ਨੂੰ ਰੋਕ ਦੇਣਾ ਚਾਹੀਦਾ ਹੈ। ਬਈ ਇਹ ਨਹੀਂ, ਜਿੰਨਾ ਚਿਰ ਤੁਸੀਂ ਕਾਨੂੰਨਾਂ ਦੀ ਗੱਲ ਨਹੀਂ ਕਰਦੇ, ਦਿੱਲੀ ਵੱਲ ਨੂੰ ਮੁਹਾਰਾ ਨਹੀਂ ਕਰਦੇ, ਤੇ ਉਹਨਾਂ ਚਿਰ ਬਿਲਕੁਲ ਤੁਹਾਡਾ ਵਿਰੋਧ ਹੋਊਗਾ। ਸਾਰਿਆਂ ਦਾ ਹੀ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ। ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ, ਵਿਰੋਧ ਸਾਡਾ ਸ਼ਾਂਤਮਈ ਹੋਣਾ ਚਾਹੀਦਾ ਹੈ। ਕਾਲੇ ਝੰਡੇ ਵਿਖਾਏ ਜਾ ਸਕਦੇ ਨੇ, ਉਹਨਾਂ ਦੇ ਖਿਲਾਫ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਹੋ ਸਕਦੇ ਨੇ, ਕਿਸੇ ਦੇ ਕੱਪੜੇ ਪਾੜਦੇ ਨੇ, ਕਿਸੇ ਨੂੰ ਭੱਦੀ ਸ਼ਬਦਾਵਲੀ ਵਰਤਣੀ, ਇਹੋ ਜਿਹੀਆਂ ਗੱਲਾਂ, ਗਾਲਾਂ ਕੱਢਣੀਆਂ, ਇਹ ਬਿਲਕੁਲ ਸੰਯੁਕਤ ਮੋਰਚੇ ਦਾ ਕੋਈ ਐਲਾਨ ਨਹੀਂ, ਕੋਈ ਸੰਯੁਕਤ ਮੋਰਚੇ ਦਾ ਫੈਸਲਾ ਨਹੀਂ। ਸੰਯੁਕਤ ਮੋਰਚਾ ਪਹਿਲੇ ਦਿਨ ਤੋਂ ਇੱਕੋ ਗੱਲ ਲੈ ਕੇ ਬੈਠਾ ਹੈ ਕਿ ਸਾਡਾ ਸ਼ਾਂਤਮਈ ਪ੍ਰੋਗਰਾਮ ਹੈ, ਸ਼ਾਂਤਮਈ ਜਿੱਤ ਪ੍ਰਾਪਤ ਕਰਾਂਗੇ। ਸ਼ਾਂਤਮਈ ਢੰਗ ਨਾਲ ਹੀ ਵਿਰੋਧ ਵੀ ਕੀਤਾ ਜਾ ਸਕਦਾ ਹੈ, ਨਾ ਕਿ ਲੀੜੇ ਪਾੜ ਕੇ ਕਿਸੇ ਦੇ ਕਿਸੇ ਨੂੰ ਐ ਬੇਇੱਜ਼ਤ ਕਰਨਾ। ਉਹ ਸਾਡਾ ਕੋਈ ਫੈਸਲਾ ਨਹੀਂ ਹੈਗਾ ਸੰਯੁਕਤ ਮੋਰਚੇ ਦਾ, ਉਹ ਸਾਡਾ ਸ਼ਾਂਤਮਈ ਹੈ। ਉਹ ਮੇਰੇ ਖਿਆਲ ਮੁਤਾਬਕ ਸਾਨੂੰ ਹਰ ਇੱਕ ਦਾ ਹੀ ਹੋਣਾ ਚਾਹੀਦਾ ਹੈ, ਹਰ ਇੱਕ ਦਾ ਕਰਨਾ ਚਾਹੀਦਾ ਹੈ। ਸਾਰੀਆਂ ਪਾਰਟੀਆਂ ਦੇ ਸਹਿਯੋਗੀ ਨੇ, ਚਾਹੇ ਆਪ ਹੋਵੇ, ਅਕਾਲੀ ਦਲ ਹੋਵੇ, ਕਾਂਗਰਸ ਹੋਵੇ। ਅਸੀਂ ਅਪੀਲ ਕਰਦੇ ਹਾਂ ਤੁਹਾਡੇ ਚੈਨਲ ਦੇ ਰਾਹੀਂ ਸਭ ਨੂੰ ਹੀ ਵੀ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ, ਪਿੰਡਾਂ ਵਿੱਚ ਜਾਓ। ਪਿੰਡਾਂ ਵਿੱਚ ਅਸੀਂ ਨਹੀਂ ਰੋਕਦੇ ਤੁਹਾਨੂੰ ਜਾਣ ਨੂੰ। ਜੇਕਰ ਕਿਸਾਨੀ ਦੀ ਗੱਲ ਕਰਦੇ ਹੋ, ਆਪਣੀ ਗੱਲ ਕਰਨੀ ਹੈ, ਫਿਰ ਵਿਰੋਧ ਹੋਊਗਾ। ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਪ੍ਰੇਰ ਕੇ ਦਿੱਲੀ ਮੋਰਚੇ 'ਚ ਭੇਜੋ ਵੀ ਉੱਥੇ ਭੀੜ ਜਿਹੜੀ ਹੈ ਵੱਧ ਤੋਂ ਵੱਧ ਇਕੱਠੀ ਕੀਤੀ ਜਾਵੇ ਤੇ ਕਾਨੂੰਨ ਰੱਦ ਕਰਾ ਕੇ ਜਲਦੀ ਤੋਂ ਜਲਦੀ ਲੋਕਾਂ ਨੂੰ ਆਪੋ ਆਪਣੇ ਘਰਾਂ ਵਿੱਚ ਲਿਆਂਦਾ ਜਾਵੇ। ਪਰ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਬੀਜੇਪੀ ਦਾ ਵਿਰੋਧ ਕਰਨ ਦੀ ਗੱਲ ਕਹੀ ਆ। ਬਾਕੀ ਜਿਹੜੀਆਂ, ਚਾਹੇ ਅਕਾਲੀ ਦਲ ਹੋਗੀ, ਆਮ ਆਦਮੀ ਪਾਰਟੀ ਹੋਗੀ, ਬੀਐਸਪੀ ਹੋਗੀ, ਹੋਰ ਜਿਹੜੀਆਂ ਵੀ ਪਾਰਟੀਆਂ, ਸਾਰਿਆਂ ਨੂੰ ਹਰੀ ਝੰਡੀ ਦੇਤੀ ਵੀ ਤੁਸੀਂ ਪ੍ਰਚਾਰ ਕਰ ਸਕਦੇ ਹੋ ਖੁੱਲ੍ਹਾ। ਉਹ ਇੱਥੇ ਵੀ ਲੋਕ ਸਾਡੇ ਤੋਂ ਉਂਗਲਾਂ ਉਠਾਉਣ ਲੱਗ ਗਏ ਜੀ। ਹਾਂ, ਮੈਂ ਕੱਲ ਲੁਧਿਆਣੇ ਹਲੇ ਸੀ, ਪਰਸੋਂ ਬਰਨਾਲੇ ਹਲੇ ਗਿਆ ਸੀਗਾ ਜੀ, ਤੇ ਆਪਣੇ ਆ 22 ਵਾਲੇ ਦੇ ਪ੍ਰੋਗਰਾਮ ਦੇ ਸੰਬੰਧ ਵਿੱਚ ਆਪਣੇ ਵਰਕਰਾਂ ਦੀਆਂ ਡਿਊਟੀਆਂ ਲਈਆਂ, ਕਿਉਂਕਿ ਸਾਡੀ ਜਥੇਬੰਦੀ ਨਵੀਂ ਹੈ ਬਿਲਕੁਲ ਜੀ, ਇਸ ਕਰਕੇ ਸਾਨੂੰ ਥਾਂ ਥਾਂ ਜਾਣਾ ਪੈ ਰਿਹਾ। ਤੇ ਉਹ ਉੱਥੇ ਵੀ ਲੋਕ ਇਹ ਗੱਲਾਂ ਕਰਦੇ ਨੇ ਜੀ। ਲੋਕ ਕਹਿੰਦੇ ਨੇ ਵੀ ਤੁਸੀਂ ਇੱਕ ਦਾ ਕਿਉਂ ਕਰਦੇ ਹੋ ਵਿਰੋਧ ਜੀ, ਦੂਜਿਆਂ ਦਾ ਵੀ ਕਰਨਾ ਚਾਹੀਦਾ। ਮੈਂ ਇਹ ਗੱਲ ਕਹਿਣਾ ਕਿ ਵਿਰੋਧ ਸਾਨੂੰ ਸ਼ਾਂਤਮਈ ਕਰਨਾ ਚਾਹੀਦਾ ਹੈ। ਜਿਹੜਾ ਵੀ ਰਾਜਸੀ ਗੱਲ ਕਰਦਾ ਜੀ, ਚਾਹੇ ਭਾਜਪਾ ਕਰਦੀ ਏ, ਚਾਹੇ ਦੂਜੇ ਕਰਦੇ ਨੇ, ਜਿਹੜਾ ਵੀ ਰਾਜਸੀ ਗੱਲ ਕਰਦਾ ਉਹਨੂੰ ਸਾਨੂੰ ਸਮਝਾਉਣਾ ਚਾਹੀਦਾ, ਉਹਨੂੰ ਸਵਾਲ ਕਰਨੇ ਚਾਹੀਦੇ ਨੇ। ਭਈ ਕਾਨੂੰਨ ਰੱਦ ਨਹੀਂ ਹੋਏ, ਤੂੰ ਆਪਣੀ ਰਾਜਸੀ ਖੇਡ ਲੈ ਕੇ ਬੈਠਾ, ਕਿਹੜੀ ਗੱਲ ਤੋਂ ਲੈ ਕੇ ਬੈਠਾ ਇੱਥੇ? ਬਿਲਕੁਲ ਰਾਜਸੀ ਬੰਦ ਕਰੋ ਗੇਮ ਜਿਹੜੀ ਤੁਹਾਡੀ, ਨਹੀਂ ਤੇ ਚੱਲੋ ਫਿਰ ਪਿਛਾਂ। ਇਹ ਗੱਲ ਸਾਨੂੰ ਕਰਨੀ ਚਾਹੀਦੀ। ਜੇ ਤੁਸੀਂ ਕਿਹਾ ਵੀ ਬਾਕੀ ਪਾਰਟੀਆਂ ਦਾ ਵੀ ਵਿਰੋਧ ਹੋਣਾ ਚਾਹੀਦਾ ਬੀਜੇਪੀ ਦੇ ਨਾਲ, ਜੇਕਰ ਉਹ ਕਿਸਾਨਾਂ ਦੀ ਗੱਲ ਨਹੀਂ ਕਰਦੇ, ਹਾਂ, ਕਿਤੇ ਤੁਹਾਡੇ ਨਾਲ ਵੀ ਕਿਤੇ ਚੜੂਨੀ ਵਾਲੀ ਨਾ ਹੋ ਜੇ, ਕਿਤੇ ਵੀ ਤੁਹਾਨੂੰ ਨਾ ਕਿਤੇ ਸੰਯੁਕਤ ਕਿਸਾਨ ਮੋਰਚਾ ਸਸਪੈਂਡ ਕਰਦੇ ਵੀ ਤੁਸੀਂ ਸੰਯੁਕਤ ਕਿਸਾਨ ਮੋਰਚੇ ਤੋਂ ਉਲਟੋ ਤੁਸੀਂ ਬਿਆਨ ਦੇ ਰਹੇ ਹੋ। ਨਹੀਂ, ਮੈਂ ਉਲਟ ਦੇ ਹੀ ਨਹੀਂ ਰਿਹਾ ਜੀ, ਮੈਂ ਤਾਂ ਉਹਨਾਂ ਦੀ ਜਿਹੜੀ ਲਾਈਨ ਆ ਉਹਦੇ ਵਿੱਚ ਹੀ ਚੱਲ ਰਿਹਾ। ਪਰ ਇਹ ਕਿਹੜੀ ਗੱਲ ਤੋਂ ਸਾਨੂੰ ਸਾਰਿਆਂ ਨੂੰ ਬਰਾਬਰ ਲੈਣਾ ਚਾਹੀਦਾ? ਵੇਖੋ, ਮੈਂ ਇੱਕ ਗੱਲ ਕਹਿਣਾ ਵੀ ਉਹਦੇ ਚ ਵੱਡੇ ਦੋਸ਼ੀ ਉਹ ਨੇ ਜੀ, ਹਨਾ। ਪਰ ਇਹ ਤਾਂ ਦੋਸ਼ੀ ਬਣਦੇ ਨੇ ਕਿ ਜੇ ਅੱਜ ਵੀ ਜਾ ਕੇ ਗੇਮਾਂ ਚਲਾਉਂਦੇ ਨੇ ਆਪਣੀਆਂ ਰਾਜਸੀ, ਜੇ ਰਾਜਸੀ ਗੇਮ ਚਲਾਉਂਦੇ ਨੇ ਤੇ ਇਹਨਾਂ ਨੂੰ ਕਿਉਂ ਨਹੀਂ ਰੋਕਣਾ ਚਾਹੀਦਾ? ਜਦੋਂ ਪਿੰਡਾਂ ਵਿੱਚ ਰਾਜਸੀ ਗੱਲ ਹੋਊਗੀ, ਲੋਕਾਂ ਦਾ ਆਟੋਮੈਟਿਕਲੀ ਧਿਆਨ ਉਧਰ ਜਾਂਦਾ ਜੀ। ਲੋਕ ਆਟੋਮੈਟਿਕਲੀ, ਕਿਉਂ? ਵੇਖੋ 70 ਸਾਲ ਹੋ ਚੱਲੇ, ਲੋਕ ਜੁੜੇ ਨੇ ਇਹਨਾਂ ਨਾਲ, ਬਿਲਕੁਲ ਸਾਰੀਆਂ ਪਾਰਟੀਆਂ ਨਾਲ ਲੋਕ ਜੁੜੇ ਨੇ।
ਕਿਸਾਨ ਜਥੇਬੰਦੀਆਂ ਦਾ ਤੇ ਹੁਣ ਵਿਸਤਾਰ ਏਡਾ ਤਕੜਾ ਹੋਇਆ, ਲੋਕ ਗੱਲ ਸੁਣ ਲੱਗਿਆ, ਝੰਡਾ ਚੁੱਕ ਕੇ ਨਹੀਂ ਸੀ ਰਾਜੀ ਕੋਈ। ਸਮਝਦੇ ਹੋ ਗੱਲ? ਇਸ ਕਰਕੇ ਰਾਜਸੀ ਪਾਰਟੀਆਂ ਨਾਲ ਲੋਕ ਜੁੜੇ ਨੇ। ਜਦੋਂ ਇਹ ਪਿੰਡਾਂ ਵਿੱਚ ਜਾ ਕੇ ਕੋਈ ਪ੍ਰੋਗਰਾਮ ਰੱਖਦੇ ਨੇ, ਪ੍ਰੋਗਰਾਮ ਦਿੰਦੇ ਨੇ, ਲੋਕ ਇਹਨਾਂ ਨਾਲ ਜੁੜਦੇ ਨੇ। ਤੇ ਇਹ ਹਿਸਾਬ ਲਾਓ ਵੀ ਉੱਥੋਂ ਦਿੱਲੀ ਮੋਰਚੇ ਤੋਂ ਵੀ ਲੋਕ ਪਿੱਛੇ ਨੂੰ ਹਟਣਗੇ। ਅਸੀਂ ਇਸ ਕਰਕੇ ਇਹਨਾਂ ਨੂੰ ਅਪੀਲ ਕਰਦੇ ਹਾਂ ਜੀ, ਨਿਰਾ ਵਿਰੋਧ ਨਹੀਂ ਕਰਦੇ ਸੁੱਕਾ, ਅਸੀਂ ਅਪੀਲ ਕਰਦੇ ਹਾਂ ਵੀ ਤੁਸੀਂ ਵੀ ਕਿਸਾਨ ਹੋ, ਤੁਸੀਂ ਵੀ ਕਿਸਾਨ ਦੇ ਪੁੱਤਰ ਹੋ, ਤੁਸੀਂ ਵੀ ਇਸ ਨਾਤੇ ਨਾਲ ਜੁੜੇ ਹੋ, ਇਸ ਕਿੱਤੇ ਨਾਲ ਜੁੜੇ ਹੋ। ਸਾਰੇ ਤਗੜੇ ਹੋ ਕੇ ਪਿੰਡਾਂ ਵਿੱਚ ਵੜੋ, ਲੋਕਾਂ ਨੂੰ ਇਸ ਗੱਲ ਤੇ ਪ੍ਰੇਰੋ ਵੀ ਚੱਲੋ ਦਿੱਲੀ। ਜਿੱਦਣ ਕਿਸਾਨ ਇਹ ਮੋਰਚਾ ਜਿੱਤ ਪ੍ਰਾਪਤ ਕਰ ਲੂਗਾ, ਉਦੋਂ ਬਾਅਦ ਅਸੀਂ ਹਰ ਇੱਕ ਨੂੰ ਕਹਿੰਦੇ ਹਾਂ ਕਿ ਜਿੱਥੇ ਕੋਈ ਜੁੜਿਆ ਹੈ, ਕੋਈ ਅਕਾਲੀ ਦਲ ਨਾਲ ਜੁੜਿਆ ਹੈ, ਕਾਂਗਰਸ ਨਾਲ ਜੁੜਿਆ ਹੈ, ਆਪ ਨਾਲ ਜੁੜਿਆ ਹੈ, ਜਿਹੜੀ ਪਾਰਟੀ ਨਾਲ ਵੀ ਜੁੜਿਆ, ਉੱਥੇ ਉੱਥੇ ਆਪੋ ਆਪਣੇ ਮੋਰਚੇ ਜਿਹੜੇ ਨੇ ਉਹ ਸਾਹਮਣੇ ਤੇ ਤਗੜੇ ਹੋ ਕੇ ਕੰਮ ਕਰਨਾ ਆਪੋ ਆਪਣੀਆਂ ਜਥੇਬੰਦੀਆਂ ਵਾਸਤੇ। ਜੀ ਬੂਟਾ ਜੀ, ਕਿ ਤੁਸੀਂ ਬੱਚੇ ਦੀ ਦੇਖੀ ਹੋਣੀ ਆ ਵੀਡੀਓ ਚੰਡੀਗੜ੍ਹ ਦੇ ਵਿੱਚ, ਜਦੋਂ ਚੰਡੀਗੜ੍ਹ ਦੀ ਪੁਲਿਸ ਜਿਹੜੀ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੀ ਸੀ, ਉਹ ਬੱਚੇ ਨੇ ਸਾਫ਼ ਕਿਹਾ, ਲਲਕਾਰ ਮਾਰੀ ਸਰਕਾਰ ਨੂੰ, ਕਹਿੰਦੇ ਮੈਨੂੰ ਚਾਹੇ ਜਿੱਥੇ ਮਰਜ਼ੀ ਲੈ ਜਾਓ, ਜੇਲ੍ਹ 'ਚ ਲੈ ਜਾਓ, ਮੈਂ ਡਰਦਾ ਨਹੀਂ ਹੈਗਾ। ਵੇਖੋ ਇਹ ਜਜ਼ਬਾ ਹੈ, ਇਹ ਜਜ਼ਬਾ ਹੈ, ਇਹ ਉਸ ਬੱਚੇ ਦੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ। ਤੇ ਸਰਕਾਰਾਂ ਨੂੰ ਇਹ ਵੇਖ ਲੈਣਾ ਚਾਹੀਦਾ ਵੀ ਇਹ ਜਜ਼ਬਾ ਹੈ ਕਿੰਨਾ ਇਹਨਾਂ 'ਚ, ਇੱਥੋਂ ਸਬਕ ਲੈਣਾ ਚਾਹੀਦਾ ਇਹਨਾਂ ਨੂੰ। ਇੱਕ ਬੱਚਾ ਮੈਨੂੰ 13-14 ਸਾਲ ਦਾ ਸਾਰਾ ਦੱਸ ਰਹੇ ਆ ਕਿੰਨਾ ਉਹਦੇ ਜਜ਼ਬਾ ਹੈ। ਤੇ ਇਸ ਤਰ੍ਹਾਂ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਵੀ ਇਹ ਪਿੱਛੇ ਹਟਣ ਵਾਲੇ ਲੋਕ ਨਹੀਂ ਹਣਗੇ, ਇਹ ਤਾਂ ਆਪਣੀ ਜਿੱਤ ਬਗੈਰ ਪਿੱਛੇ ਨਹੀਂ ਮੁੜਦੇ, ਜੋ ਮਰਜ਼ੀ ਹੋ ਜਾਵੇ। ਇਸ ਕਰਕੇ ਸਰਕਾਰ ਨੂੰ ਜਿੰਨਾ ਹੋ ਸਕੇ ਇਹ ਛੇਤੀ ਜਿਹੜਾ ਇਹ ਝਮੇਲਾ ਖੜਾ ਹੋਇਆ, ਝੰਜਟ ਖੜਾ ਹੋਇਆ, ਸਰਕਾਰ ਨੂੰ ਜਲਦੀ ਤੋਂ ਜਲਦੀ ਨਿਬੇੜ ਦੇਣਾ ਚਾਹੀਦਾ ਹੈ। ਇਹਨਾਂ ਲੋਕਾਂ ਦਾ ਦਿਲ ਜਿੱਤਣਾ ਚਾਹੀਦਾ ਸਰਕਾਰ ਨੂੰ। ਮੈਂ ਕਹਿੰਦਾ 8-9 ਮਹੀਨੇ ਹੈਰਾਨ ਕੀਤਾ, ਦਿੱਲੀ ਦੀਆਂ ਬਾਰਡਰਾਂ ਤੇ 3-4 ਮਹੀਨੇ ਪਹਿਲਾਂ ਇੱਥੇ ਰਹੇ ਹਾਂ, ਫਿਰ ਵੀ ਲੋਕ ਇਹ ਗੱਲ ਕਹਿ ਸਕਦੇ ਨੇ ਕਿ ਚਲੋ ਯਾਰ, ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਹੈ, ਲੋਕ ਕਹਿ ਸਕਦੇ ਨੇ ਚਲੋ ਯਾਰ ਭਾਵੇਂ ਹੈਰਾਨ ਤੇ ਇਹਨੇ ਸਾਨੂੰ ਬੜਾ ਕੀਤਾ, ਪਰ ਫਿਰ ਵੀ ਸਾਡੀ ਗੱਲ ਇਹਨੇ ਮੰਨ ਲਈ। ਇਸ ਕਰਕੇ ਮੋਦੀ ਸਰਕਾਰ ਨੂੰ ਇਹ ਕੰਮ ਕਰ ਦੇਣਾ ਚਾਹੀਦਾ ਤੇ ਲੋਕਾਂ ਦਾ ਸ਼ਾਇਦ ਹੋ ਸਕਦਾ ਦਿਲ ਜਿੱਤ ਲਵੇ। ਪਰ ਹੈਰਾਨ ਬਹੁਤ ਜ਼ਿਆਦਾ ਕੀਤਾ, ਇੰਨਾ ਅੱਜ ਤੱਕ ਅੜੀਅਲ ਮਾੜੇ ਸੁਭਾਅ ਦਾ ਬੰਦਾ ਕਦੀ ਪ੍ਰਧਾਨ ਮੰਤਰੀ ਦੇਸ਼ ਤੇ ਨਹੀਂ ਬਣਿਆ। ਦੱਸੋ, ਵੇਖੋ ਅੱਛੇ ਦਿਨਾਂ ਦੀਆਂ ਗੱਲਾਂ ਕਰ, ਇਹੋ ਜਿਹੀਆਂ ਪੋਸਟਾਂ ਪੈ ਰਹੀਆਂ ਨੇ, ਲੋਕ ਕਹਿ ਰਹੇ ਨੇ ਸਾਨੂੰ ਲੋੜ ਨਹੀਂ ਤੁਹਾਡੇ ਅੱਛੇ ਦਿਨਾਂ ਦੀ, ਉਹ ਸਾਨੂੰ ਮਾੜੇ ਦਿਨ ਦੇ ਦਿਓ, ਪਹਿਲੇ ਵਾਲੇ ਮਾੜੇ ਦਿਨ ਸਾਨੂੰ ਦਿਓ, ਅਸੀਂ ਉਹਨਾਂ ਦਿਨਾਂ ਉੱਤੇ ਰਾਜੀ ਹਾਂ। ਇਹੋ ਜਿਹੀਆਂ ਹੋ ਰਹੀਆਂ, ਪ੍ਰਧਾਨ ਮੰਤਰੀ ਨੂੰ ਸੋਚ ਲੈਣਾ ਚਾਹੀਦਾ। ਬੂਟਾ ਜੀ, ਹੁਣ ਤਾਂ ਕਿਸਾਨਾਂ ਤੇ ਦੇਸ਼ ਧਰੋਹ ਦੇ ਪਰਚੇ ਹੋਣ ਲੱਗੇ। ਹਰਿਆਣਾ ਦੇ ਸਿਰਸਾ ਦੇ ਵਿੱਚ 5 ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਤਾ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦੇ ਕਈ ਲੀਡਰ ਉੱਥੇ ਭੁੱਖ ਹੜਤਾਲ ਵੀ ਕਰ ਰਹੇ ਨੇ। ਬਲਦੇਵ ਸਿੰਘ ਸਿਰਸਾ ਨੇ ਵੀ ਜਿਹੜਾ ਮਰਨ ਵਰਤ ਆਪਣਾ ਸ਼ੁਰੂ ਕਰਤਾ। ਵੇਖੋ ਜੀ, ਇਹਨੂੰ ਦੇਸ਼ ਧਰੋਹ ਕਿਵੇਂ ਕਹਿ ਸਕਦੇ ਨੇ? ਇਹਨੂੰ ਕਿਵੇਂ ਉੱਥੇ ਜਾ ਕੇ ਕੋਰਟ ਦੇ ਅੰਦਰ ਇਹ ਦੱਸਣਗੇ ਵੀ ਅਸੀਂ ਦੇਸ਼ ਧਰੋਹ ਦੇ ਪਰਚੇ ਇਹਨਾਂ ਤੇ ਦਰਜ ਕੀਤੇ ਆ? ਸਰਕਾਰ ਨੂੰ ਇਹੋ ਜਿਹੇ ਫੈਸਲੇ ਨਹੀਂ ਲੈਣੇ ਚਾਹੀਦੇ ਨੇ। ਜੋ ਬਣਦੀ ਕਾਰਵਾਈ ਹੈ ਠੀਕ ਹੈ, ਕਿਸੇ ਨੇ ਹੁੱਲੜਬਾਜ਼ੀ ਕੀਤੀ ਹੈ, ਜਿਹੜੀ ਬਣਦੀ ਕਾਰਵਾਈ ਢੁਕਵੀਂ ਉੱਤੇ ਕਰ ਦਿਓ, ਪਰ ਇਹ ਦੇਸ਼ ਧਰੋਹ ਦੇ ਪਰਚੇ ਮੰਨ ਹੀ ਨਹੀਂ ਸਕਦਾ ਕੋਈ ਕੋਰਟ ਹੀ ਨਹੀਂ ਮੰਨੂਗੀ ਜੀ। ਅੱਗੇ ਜਿਹੜੇ ਉਹ 26 ਜਨਵਰੀ ਨੂੰ ਕਈਆਂ ਦੇ ਕੀਤੇ ਉਹ ਆਏ ਨਾ ਸਾਰੇ ਬਾਹਰ, ਕੋਰਟ ਨੇ ਉੱਥੇ ਫਟਕਾਰਾਂ ਲਾਈਆਂ ਨੇ ਇਹਨਾਂ ਨੂੰ ਵੀ ਇਹ ਤੁਸੀਂ ਕਰਦੇ ਕੀ ਪਏ ਹੋ? ਜੇ ਕੋਈ ਆਪਣੇ ਹੱਕ ਮੰਗਦਾ ਉਹਨੂੰ ਤੁਸੀਂ ਦੇਸ਼ ਧਰੋਹੀ ਤੇ ਕਿਵੇਂ ਦੇ ਦਿਓਗੇ? ਇਹ ਗਲਤ ਗੱਲਾਂ ਨੇ। ਸਰਕਾਰ ਦਾ ਇਹਦੇ ਨਾਲ ਕੱਦ ਪਾਉਣਾ ਹੁੰਦਾ, ਸਰਕਾਰ ਦੀ ਹੇਠੀ ਹੁੰਦੀ ਇਹਦੇ ਨਾਲ। ਸਰਕਾਰ ਨੂੰ ਸੋਚ ਸਮਝ ਕੇ ਹੀ ਕੋਈ ਕੰਮ ਕਰਨਾ ਚਾਹੀਦਾ। ਇਹੋ ਜਿਹਾ ਬੇਟੁਕੇ ਜਿਹੜੇ ਨੇ ਇਹ ਕੇਸ ਉਹ ਨਹੀਂ ਦਰਜ ਕਰਨੇ। ਇੱਕ ਚੰਡੀਗੜ੍ਹ ਦੇ ਵਿੱਚ ਪਰਚੇ ਦਰਜ ਹੋਏ ਸੀ ਕਲਾਕਾਰਾਂ ਦੇ, ਉਹ ਰੱਦ ਹੋਏ ਨੇ। ਕਿੱਥੇ ਤੱਕ ਪਹੁੰਚੀ ਉਹ ਕਾਰਵਾਈ, ਜਾਂ ਵਿੱਚ ਵਿਚਾਲੇ ਹੀ ਲਟਕਿਆ ਪਿਆ ਮਾਮਲਾ? ਨਹੀਂ, ਜੋ 15 ਦਿਨ ਦਾ ਸਮਾਂ ਮੰਗਿਆ ਸੀਗਾ ਸਾਥੋਂ, ਪਹਿਲਾਂ ਅਸੀਂ ਹਫ਼ਤੇ ਦਾ ਉਹਨਾਂ ਨੂੰ ਟਾਈਮ ਦਿੱਤਾ ਸੀ ਵੀ ਇਹ ਕਰੋ। ਫਿਰ ਉਹਨਾਂ ਤੋਂ ਮੈਸੇਜ ਸਾਨੂੰ ਆਇਆ ਵੀ ਤੁਸੀਂ ਆ ਕੇ ਸਾਨੂੰ ਮਿਲੋ, ਧਰਨਾ ਨਾ ਲਾਓ ਜੀ। ਵੇਖੋ ਅਸੀਂ ਵੀ ਨਹੀਂ ਚਾਹੁੰਦੇ ਧਰਨਾ ਥਾਂ ਲਾਉਣਾ, ਕਿਉਂ ਸਾਡਾ ਸਾਰੀ ਸ਼ਕਤੀ ਦਿੱਲੀ ਲੱਗੀ ਖੜੀ ਹੈ ਜੀ। ਉਹਨਾਂ ਨੇ ਸਾਨੂੰ ਬੁਲਾਇਆ, ਅਸੀਂ ਗਏ ਉੱਥੇ। ਉਹਨਾਂ ਨੇ 15 ਦਿਨ ਦਾ ਸਮਾਂ ਮੰਗਿਆ ਸੀ। ਐਸਐਸਪੀ ਕੁਲਦੀਪ ਸਿੰਘ ਚਹਿਲ ਹੋਰਾਂ ਨਾਲ ਮੀਟਿੰਗ ਹੋਈ ਸਾਡੀ ਜੀ, ਤੇ ਉਹਨਾਂ ਨੇ 15 ਦਿਨ ਦਾ ਸਮਾਂ ਮੰਗਿਆ ਸੀ। ਉਧਰ ਅਸੀਂ ਕੱਲ ਜਾ ਰਹੇ ਹਾਂ ਹੁਣ ਜੀ, ਸਵੇਰੇ ਜਾ ਕੇ ਦੇਖਦੇ ਹਾਂ ਵੀ ਕੀ ਉਹਨਾਂ ਨੇ ਕਰਿਆ ਕੀ ਨਹੀਂ ਕਰਿਆ। ਕੱਲ ਨੂੰ ਅਸੀਂ ਸਵੇਰੇ 11 ਵਜੇ ਦਾ ਟਾਈਮ ਹੈ, ਕੱਲ ਜਾਵਾਂਗੇ ਉੱਥੇ। ਕੱਲ ਜਾ ਕੇ ਉਹਨਾਂ ਨੂੰ ਪੁੱਛਾਂਗੇ ਦੱਸੋ ਜੀ ਕੀ ਤੁਸੀਂ ਕਾਰਵਾਈ ਕੀਤੀ। ਬੂਟਾ ਜੀ, ਕੋਈ ਹੁਣ ਹੋਰ ਵੀ ਤੁਹਾਨੂੰ ਕਿਸੇ ਮੰਤਰੀ ਦਾ ਫੋਨ ਆਇਆ ਕੇਂਦਰ ਦਾ ਵੀ ਅਸੀਂ ਕਾਨੂੰਨ ਰੱਦ ਕਰ ਦਿੰਦੇ ਆ, ਜਾਂ ਫਿਰ ਕੋਈ ਨਵਾਂ ਪ੍ਰਸਤਾਵ ਲੈ ਕੇ ਤੁਸੀਂ ਸਾਡੇ ਕੋਲ ਆ ਜਾਓ? ਪਹਿਲਾਂ ਤੁਹਾਨੂੰ ਆਇਆ ਸੀ ਗ੍ਰਹਿ ਮੰਤਰੀ ਦਾ ਫੋਨ ਆਇਆ, ਤੁਹਾਨੂੰ ਰੱਖਿਆ ਮੰਤਰੀ ਦਾ ਫੋਨ ਆਇਆ ਸੀ, ਹੁਣ ਕਿਸੇ ਦਾ ਆਇਆ ਤੁਹਾਨੂੰ ਫੋਨ? ਨਹੀਂ ਜੀ, ਉਹ ਤਾਂ ਉਸੇ ਗੱਲ ਤੇ ਨੇ, ਪਹਿਲੇ ਵਾਲੀ ਤੇ ਜੀ, ਬਈ ਰੱਦ ਨਹੀਂ ਕਾਨੂੰਨ ਹੋ ਰਿਹਾ, ਤੁਸੀਂ ਕੋਈ ਆਪਣੀ ਪ੍ਰਪੋਜ਼ਲ ਤਿਆਰ ਕਰਕੇ ਲੈ ਆਓ ਜੀ, ਤੇ ਉਹਦੇ ਉੱਤੇ ਆਪਾਂ ਵਿਚਾਰ ਕਰ ਸਕਦੇ ਹਾਂ। ਮੈਂ ਇੱਕ ਗੱਲ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹੁੰਦਾ, ਕੇਂਦਰ ਸਰਕਾਰ ਨੂੰ ਵੀ ਜਿੱਦ ਛੱਡ ਦੇਣੀ ਚਾਹੀਦੀ ਹੈ ਜੀ। ਜਿਹੜਾ ਜਦੋਂ ਬਿਆਨ ਦਿੰਦੇ ਨੇ ਮੰਤਰੀ ਸਾਹਿਬ ਦੇਣ, ਤੋਮਰ ਜੀ ਜਾਂ ਕੋਈ ਹੋਰ ਵੀ, ਜਾਂ ਪ੍ਰਧਾਨ ਮੰਤਰੀ, ਕਾਨੂੰਨ ਰੱਦ ਨਹੀਂ ਹੋਣਗੇ ਜੀ, ਉਂਝ ਮੀਟਿੰਗ ਵਾਸਤੇ ਆ ਜਾਓ। ਅਸੀਂ ਕਹਿੰਦੇ ਆ ਰੱਦ ਹੋਣ, ਫਿਰ ਕਿਵੇਂ ਜਾਵਾਂਗੇ ਮੀਟਿੰਗ ਲਈ? ਕਿਵੇਂ ਮੀਟਿੰਗ ਬੁਲਾਈ ਜਾਊਗੀ? ਕਿਵੇਂ ਹੋਊਗੀ ਇਹ ਗੱਲ? 11 ਵਾਰ ਪਹਿਲਾਂ ਮੀਟਿੰਗਾਂ ਹੋ ਲਈਆਂ ਹਨਾ, ਹੁਣ ਉਹ ਗੱਲ ਉਸੇ ਤੇ ਅੜੇ ਨੇ। ਇਹ ਗੱਲ ਨਹੀਂ ਹੋਣੀ ਚਾਹੀਦੀ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਮੇਰਾ ਆਪਣਾ ਸੁਝਾਅ ਹੈ, ਸਰਕਾਰ ਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਕਿ 22 ਜਨਵਰੀ ਨੂੰ ਜਿੱਥੇ ਮੀਟਿੰਗ ਖਤਮ ਹੋਈ ਸੀ ਜੀ, ਆਪਾਂ ਉੱਥੋਂ ਸ਼ੁਰੂ ਕਰਦੇ ਹਾਂ, ਆ ਜਾਓ ਫਲਾਣੀ ਤਰੀਕ ਨੂੰ।
ਫਿਰ ਡੈਡਲੌਕ ਖਤਮ ਹੋ ਸਕਦਾ ਹੈ, ਵਰਨਾ ਉਂਝ ਤੇ ਹੋ ਹੀ ਨਹੀਂ ਸਕਦਾ। ਫਿਰ ਉਂਝ ਕਿਵੇਂ ਕਰਨਗੇ? ਇਹ ਤਾਂ ਕਹਿੰਦੇ ਨੇ ਰੱਦ ਨਹੀਂ ਹੋਣੇ, ਉਹ ਪਹਿਲਾਂ ਸ਼ਰਤ ਲਾਉਂਦੇ ਨੇ। ਇਹ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ। ਆਪਣਾ ਇੱਕੋ ਗੱਲ ਕਹਿਣੀ ਚਾਹੀਦੀ ਵੀ 22 ਜਨਵਰੀ ਨੂੰ ਜਿੱਥੋਂ ਖਤਮ ਹੋਈ ਸੀ, ਅੱਗੇ ਆਪਾਂ ਸ਼ੁਰੂ ਕਰਦੇ ਹਾਂ, ਜਿੱਥੇ ਨਿਬੜੇਗੀ ਨਿਬੇੜ ਲਾਂਗੇ। ਜੀ ਬੂਟਾ ਜੀ, ਪ੍ਰਬੰਧ ਕਿਸ ਤਰ੍ਹਾਂ ਚੱਲ ਰਹੇ ਨੇ? ਮੋਰਚੇ ਬਾਰੇ ਵੀ ਥੋੜੀ ਸਾਨੂੰ ਜਾਣਕਾਰੀ ਦੇ ਦਿਓ, ਕਿਸ ਤਰ੍ਹਾਂ ਦੇ ਉੱਥੇ ਹੁਣ ਸਥਿਤੀ ਬਣੀ ਹੋਈ ਆ? ਕਿਉਂਕਿ ਗਰਮੀ ਬਹੁਤ ਜ਼ਿਆਦਾ, ਕਈ ਵਾਰ ਅੱਗ ਵਾਲੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ। ਹੁਣ ਮੀਂਹ ਬਾਰਿਸ਼ ਪੈ ਰਿਹਾ ਉੱਥੇ, ਉਹਦੇ ਕਰਕੇ ਵੀ ਦਿੱਕਤ ਆਈ ਹੋਣੀ ਹੈ ਸਾਨੂੰ। ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ? ਵੇਖੋ, ਇਹ ਤਾਂ ਪਹਿਲੇ ਦਿਨ ਤੋਂ ਹੀ ਇਹ ਚੱਲਦਾ ਆ ਰਿਹਾ। ਨਾਲੇ ਜਿਹੜੇ ਮੋਰਚੇ ਹੁੰਦੇ ਨੇ, ਮੋਰਚਿਆਂ ਦੇ ਵਿੱਚ ਤਾਂ ਦਿੱਕਤਾਂ ਹੈ ਨਹੀਂ, ਦਿੱਕਤਾਂ ਨਿਰੀਆਂ ਹੀ ਦਿੱਕਤਾਂ ਨੇ। ਉੱਥੇ ਕੋਈ ਐਸ਼ ਵਾਸਤੇ ਜਾਂਦਾ ਨਹੀਂ, ਕੋਈ ਐਸ਼ ਪ੍ਰਸਤੀ ਵਾਸਤੇ ਤਾਂ ਉੱਥੇ ਨਹੀਂ ਨਾ ਜਾਂਦਾ। ਉੱਥੇ ਸਾਰੀਆਂ ਦਿੱਕਤਾਂ ਨੇ, ਤੇ ਦਿੱਕਤਾਂ ਦਾ ਸਾਹਮਣਾ ਕਰਨ ਵਾਸਤੇ ਲੋਕ ਪਹਿਲੇ ਦਿਨੋਂ ਤਿਆਰ ਹੋ ਕੇ ਜਾਂਦੇ ਨੇ। ਮੀਂਹ ਆਇਆ, ਹਨੇਰੀ ਆਈ, ਸਰਦੀ ਆਈ, ਝੱਖੜ ਆਏ, ਸਾਰਾ ਕੁਝ ਝੱਲਣਾ ਪੈਂਦਾ। ਉਹ ਉੱਡ ਜਾਂਦੇ ਨੇ ਤੰਬੂ, ਸਵੇਰੇ ਉੱਠ ਕੇ ਕਿਸਾਨ ਫਿਰ ਆਪਣੇ ਉਹਨਾਂ ਨੂੰ ਸੱਟ ਲੱਗ ਜਾਂਦੇ ਕਰਨ। ਕਈ ਵਾਰ ਆਟੇ ਦਾਲਾਂ ਵੀ ਭਿੱਜ ਜਾਂਦੀਆਂ ਨੇ। ਇਸ ਕਰਕੇ ਵੀਰੇ ਉੱਥੇ ਤਾਂ ਦਿੱਕਤਾਂ ਹੀ ਦਿੱਕਤਾਂ ਨੇ, ਉਹ ਚੱਲ ਰਹੀਆਂ ਨੇ। ਲੋਕ ਆਪਣੇ ਇਰਾਦੇ ਜਿਹੜੇ ਨੇ ਉਹਨਾਂ ਨੂੰ ਮਜ਼ਬੂਤ ਲੈ ਕੇ ਬੈਠੇ ਨੇ। ਜਦੋਂ ਹਨੇਰੀ ਆਉਂਦੀ ਉੱਡ ਗਿਆ, ਤੇ ਉਹ ਸਵੇਰੇ ਉੱਠ ਕੇ ਫਿਰ ਤਿਆਰੀ ਉਹਦੀ ਸ਼ੁਰੂ ਕਰਦੇ ਨੇ। ਇਸੇ ਕੰਮ ਦੇ ਵਿੱਚ ਲੋਕ ਆਪਣਾ ਲੱਗੇ ਨੇ, ਉਹ ਮਸਤ ਨੇ ਵੀ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ। ਇਹ ਭਾਵੇਂ ਰੋਜ਼ ਉੱਡ ਜਾ ਕਰਨ ਤੇ ਰੋਜ਼ ਬਣਾਉਣੇ ਪੈਣ, ਉਹ ਹਟਦੇ ਨਹੀਂ ਪਿੱਛੇ। ਕਿਸਾਨ ਪਹਿਲਾਂ 500 ਤੱਕ ਦੀ ਅੰਕੜਾ, ਹੁਣ ਕਿੱਥੇ ਤੱਕ ਜਿਹੜਾ ਅੰਕੜਾ? ਹੋਰ ਵੀ ਕਿਸਾਨਾਂ ਦੀ ਕੋਈ ਸ਼ਹਾਦਤ ਹੋਈ ਆ ਬਾਅਦ ਵਿੱਚ? ਹੁਣ ਕੋਈ 500 ਤੋਂ ਉੱਪਰ ਚਲਿਆ ਗਿਆ ਜੀ। ਹੁਣ ਮੇਰੇ ਵੈਸੇ ਗਿਣਤੀ ਤਾਂ ਪੂਰੀ ਨਹੀਂ ਹੈਗੀ, 500 ਤੋਂ ਉੱਪਰ ਚਲੇ ਗਿਆ ਕਿਸਾਨਾਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ। ਵੇਖੋ, ਗੱਲ ਇਹ ਆ, ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ, ਅਸੀਂ ਕਹਿ ਰਹੇ ਹਾਂ ਨਾ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਤੇ ਜਿਹੜੇ ਕਿਸਾਨ ਸ਼ਹੀਦ ਹੋ ਗਏ ਨੇ, ਇਹ ਵੀ ਉਹਦੇ ਦੇਸ਼ ਦੇ ਨੇ। ਜਿਹੜੇ ਦੇਸ਼ ਦਾ ਉਹ ਪ੍ਰਧਾਨ ਮੰਤਰੀ ਹੈ, ਇਹ ਕਿਸਾਨ ਵੀ ਉਸੇ ਦੇਸ਼ ਦੇ ਨੇ। ਬਿਲਕੁਲ ਠੀਕ ਹੈ। ਤੇ ਉਹਨਾਂ ਨੇ ਇੱਕ ਵਾਰ ਵੀ ਨਹੀਂ ਇੱਥੇ ਰੋਸ ਜਤਾਇਆ। ਮੀਟਿੰਗ ਦੇ ਵਿੱਚ ਇੱਕ ਵਾਰ ਅਸੀਂ ਕਿਹਾ ਵੀ ਇਹਨਾਂ ਦੇ ਮਤਾ ਲੈ ਕੇ, ਸੋਗ ਮਤਾ ਲਿਆਓ ਜੀ, ਤੇ ਉਹਦੇ ਵਿੱਚ ਜ਼ਰੂਰ ਸਾਡੀ ਮੀਟਿੰਗ ਦੇ ਵਿੱਚ ਕਹਿਣ ਤੇ ਉਹ ਉੱਠੇ, ਨਹੀਂ ਤੇ ਮਤਲਬ ਨਹੀਂ। ਅੱਜ ਤੱਕ ਸਰਕਾਰ ਦੇ ਮੂੰਹੋਂ ਇਹ ਗੱਲ ਨਹੀਂ ਨਿਕਲੀ ਕਿ ਸਾਡੇ ਕਿਸਾਨਾਂ ਦੀਆਂ ਇੰਨੀਆਂ ਸ਼ਹਾਦਤਾਂ ਹੋ ਗਈਆਂ। ਕੋਈ ਉਹਨਾਂ ਨੂੰ ਮਤਾ ਲੈ ਕੇ ਆਉਣਾ ਚਾਹੀਦਾ, ਸੋਕ ਮਤਾ ਪਾਉਣਾ ਚਾਹੀਦਾ। ਰੋਜ਼ ਇਹ ਮੀਟਿੰਗਾਂ ਕਰਦੇ ਨੇ, ਉਹਦੇ ਵਿੱਚ ਇਹ ਗੱਲ ਕਹਿਣੀ ਚਾਹੀਦੀ ਹੈ। ਫੇਰ ਵੀ ਲੋਕਾਂ ਦੇ ਜ਼ਖਮਾਂ ਦੇ ਉੱਤੇ ਮਲਮ ਵਾਲੀ ਗੱਲ ਬਣ ਜਾਂਦੀ ਹੈ ਜੇਕਰ ਇਹ ਕਰਨ। ਅਗਰ ਜਦੋਂ ਨਹੀਂ ਕਰਦੇ ਤੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਬਣਦੀ ਹੈ। ਸਰਕਾਰ ਨੂੰ ਸੋਚ ਸਮਝ ਤੋਂ ਕੰਮ ਲੈਣਾ ਚਾਹੀਦਾ। ਲਾਸਟ ਸਵਾਲ, ਪੰਜਾਬ ਦੇ ਵਿੱਚ ਵੀ ਸਿਆਸਤ ਕਾਫੀ ਭਖੀ ਹੋਈ ਆ। ਕਿਸਾਨ ਜਥੇਬੰਦੀਆਂ ਨੂੰ ਉਮੀਦਾਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਈ ਕੇਂਦਰ ਸਰਕਾਰ ਖਿਲਾਫ ਤਕੜਾ ਸਟੈਂਡ ਲੈਣ, ਪਰ ਸਰਕਾਰ ਆਪਣੀ ਕੁਰਸੀਆਂ ਦੇ ਵਿੱਚ ਲੱਗੀ। ਹੁਣ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਕੋਈ ਕਿਸਾਨਾਂ ਪ੍ਰਤੀ ਕੋਈ ਹੋਰ ਠੋਸ ਆਵਾਜ਼ ਉੱਠੂਗੀ ਸਰਕਾਰ ਵੱਲੋਂ ਜਾਂ ਫਿਰ ਸਿੱਧੂ ਦੇ ਵੱਲੋਂ? ਕੀ ਲੱਗਦਾ? ਵੇਖੋ, ਗੱਲਾਂ ਤੋਂ ਪਹਿਲਾਂ ਕਰਦੀ ਰਹਿਣ ਕਈ ਤਰ੍ਹਾਂ ਪੰਜਾਬ ਨੂੰ ਬਚਾਉਣ ਵਾਸਤੇ। ਹੁਣ ਅਗਾ ਸਮਾਂ ਆਊਗਾ, ਸਮਾਂ ਦੱਸੇਗਾ ਕਿ ਆਪਾਂ ਕੀ ਪਹਿਲਾਂ ਕਹਿ ਸਕਦੇ ਹਾਂ। ਪਹਿਲਾਂ ਤਾਂ ਆਪਾਂ ਕੁਝ ਵੀ ਨਹੀਂ ਕਹਿ ਸਕਦੇ, ਹਨਾ। ਇਹ ਤਾਂ ਜਿਵੇਂ ਜਿਵੇਂ ਸਮਾਂ ਚੱਲੂਗਾ ਅੱਗੇ ਪਤਾ ਲੱਗਦਾ ਵੀ ਉਹ ਕਿਵੇਂ ਦਾ ਕੰਮ ਕਰਦੇ ਨੇ, ਲੋਕਾਂ ਦੇ ਪੱਖੀ ਕਰਦੇ ਨੇ ਕਿ ਲੋਕਾਂ ਦੇ ਉਲਟ ਕਰਦੇ ਨੇ। ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਸੋਚ ਆ ਜਿਹੜੀ ਉਹ ਲੈ ਕੇ ਚੱਲੇ ਹੋਏ ਸੀ, ਸੋਚ ਦੇ ਮੁਤਾਬਕ ਜੋ ਆਪਾਂ ਲੋਕਾਂ ਵੱਲੋਂ ਵੇਖੀ ਜੋ ਹੁੰਗਾਰਾ ਮਿਲ ਰਿਹਾ, ਹੋ ਸਕਦਾ ਸ਼ਾਇਦ ਲੋਕਾਂ ਨੇ ਆਸਾਂ ਜ਼ਰੂਰ ਲਾਈਆਂ। ਜੇ ਸਿੱਧੂ ਆ ਗਿਆ, ਉਹਨੇ ਆਪਣਾ ਮੰਤਰਾਲਾ ਛੱਡਿਆ ਸੀ, ਉਹਨੇ ਕਿਹਾ ਮੈਂ ਇੰਝ ਕਰੂੰਗਾ, ਮੈਂ ਉਹ ਕਰੂੰਗਾ, ਹੋ ਸਕਦਾ ਸ਼ਾਇਦ ਉਹ ਸਹੀ ਤਰੀਕੇ ਨਾਲ ਚੱਲਣ ਤੇ ਲੋਕ ਸਹਿਯੋਗ ਦੇਣਗੇ। ਅਗਰ ਨਹੀਂ ਸਹੀ ਚੱਲਣਗੇ, ਲੋਕ ਵਿਰੋਧ ਦੇਣਗੇ। ਦੋਵੇਂ ਗੱਲਾਂ ਨੇ ਜੀ। ਕੋਈ ਹੋਰ ਅਪੀਲ ਕਰਨਾ ਚਾਹੁੰਦੇ ਹੋ ਕਿ ਲਾਸਟ ਵਾਲਾ? ਅਸੀਂ ਤਾਂ ਵੇਖੋ, ਸਾਰੇ ਦੇਸ਼ ਨੂੰ ਤੇ ਆਪਾਂ ਪੰਜਾਬ ਨਾਲ ਸੰਬੰਧਿਤ ਹਾਂ, ਆਪਾਂ ਸਾਰੇ ਦੇਸ਼ ਨੂੰ, ਪੰਜਾਬੀਆਂ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਹਾਂ ਕਿ ਸਾਰੇ ਹੁਣ ਝੋਨੇ ਤੋਂ ਫ੍ਰੀ ਹੋ ਗਏ ਹੋ। ਝੋਨਾ ਲੱਗ ਗਿਆ, ਪ੍ਰਮਾਤਮਾ ਨੇ ਵੀ ਕਿਰਪਾ ਕਰਤੀ, ਮੀਂਹ ਚੰਗਾ ਪੈ ਗਿਆ, ਖਾਦਾਂ ਖੁੱਦਾਂ ਪੈ ਗਈਆਂ। ਸਾਰੇ ਦੇ ਸਾਰੇ ਹੁਣ ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਤੇ ਆਪਣਾ ਜਿਹੜਾ ਮੋਰਚਾ ਆਪਣੇ ਹੱਕਾਂ ਦੀ ਰਾਖੀ ਖਾਤਰ ਲੱਗਿਆ ਹੋਇਆ, ਆਪਣੇ ਹੱਕ ਬਚਾਉਣ ਖਾਤਰ ਲੱਗਿਆ ਹੈ, ਉਹਦੇ ਵਿੱਚ ਸਾਰੇ ਸ਼ਾਮਲ ਹੋਈਏ। ਸ਼ਮੂਲੀਅਤ ਕਰਕੇ ਆਪਣੀ ਹਾਜ਼ਰੀ ਜਿਹੜੀ ਹੈ ਇਹ ਜ਼ਰੂਰ ਲਵਾਈਏ ਤੇ ਸ਼ਾਂਤਮਈ ਢੰਗ ਨਾਲ। ਹੁਣ ਕੱਲ 21 ਹੈ, ਕੱਲ ਨੂੰ 20 ਤਰੀਕ ਹੈ, 21 ਤੋਂ ਤਕਰੀਬਨ ਸਾਰੇ ਜਿਹੜੇ ਆ ਜਥੇ ਉਹ ਜਾਣੇ ਸ਼ੁਰੂ ਨੇ, ਉੱਥੇ ਜਾ ਰਹੇ ਨੇ। 21 ਨੂੰ ਲਾਸਟ ਜਾਣ ਕੇ, ਕਿਉਂਕਿ 22 ਤੋਂ ਸ਼ੁਰੂ ਹੋ ਜਾਣਾ ਪ੍ਰੋਗਰਾਮ। ਇਸ ਕਰਕੇ ਮੈਂ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਕਿ ਸ਼ਾਂਤਮਈ ਰਹਿ ਕੇ ਆਪਾਂ ਅੰਦੋਲਨ ਜਿੱਤਣਾ। ਸ਼ਾਂਤਮਈ ਢੰਗ ਦੇ ਨਾਲ ਸਾਰੇ ਵੱਧ ਤੋਂ ਵੱਧ ਜਿਹੜੇ ਨੂੰ ਵਹੀਰਾਂ ਕੱਤੋ ਦਿੱਲੀ ਬਾਰਡਰਾਂ ਨੂੰ, ਤੇ ਦਿੱਲੀ ਬਾਰਡਰਾਂ ਤੇ ਜਾ ਕੇ ਆਪਣੀ ਰੌਣਕ ਹੈ ਜਿਹੜੀ ਉੱਥੇ ਉਹਨੂੰ ਫੇਰ ਵਧਾਈਏ ਤੇ ਕੇਂਦਰ ਸਰਕਾਰ ਤੇ ਆਪਣਾ ਦਬਾਅ ਬਣਾ ਕੇ, ਇਸ ਅੰਦੋਲਨ ਦਾ ਦਬਾਅ ਬਣਾ ਕੇ ਤੇ ਇਹ ਜਿੱਤ ਹੈ ਜਿਹੜੀ ਉਹ ਪ੍ਰਾਪਤ ਕਰਕੇ ਆਈ। ਧੰਨਵਾਦ ਜੀ, ਬਹੁਤ ਬਹੁਤ ਜਾਣਕਾਰੀ ਦੇਣ ਲਈ। ਮਿਹਰਬਾਨੀ ਜੀ। ਇਹ ਸਨ ਕਿਸਾਨ ਲੀਡਰ ਬੂਟਾ ਸਿੰਘ, ਜਿਨ੍ਹਾਂ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਆ ਕਿ ਕਿਸ ਤਰ੍ਹਾਂ ਪਾਰਲੀਮੈਂਟ ਦੇ ਸਾਹਮਣੇ ਅਸੀਂ ਪ੍ਰੋਟੈਸਟ ਕਰਾਂਗੇ। ਇਹਨਾਂ ਨੇ ਦੱਸਿਆ ਕਿ ਅਸੀਂ ਨੇ ID ਕਾਰਡ ਬਣਾਏ ਨੇ, ਜਿਨ੍ਹਾਂ ਵਿੱਚ ਮੋਬਾਈਲ ਨੰਬਰ ਵੀ ਲਿਖਿਆ ਹੋਇਆ, ਪਹਿਚਾਣ ਪੱਤਰ ਹੋਣਗੇ, ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਿਖੀ ਹੋਵੇਗੀ। ਜਿਹੜਾ ਕਿਸਾਨ ਪਾਰਲੀਮੈਂਟ ਦੇ ਸਾਹਮਣੇ ਜਥੇ ਦੇ ਵਿੱਚ ਪ੍ਰੋਟੈਸਟ ਕਰਨ ਜਾਵੇਗਾ, ਸਾਰੀ ਡਿਟੇਲ ਦੇ ਵਿੱਚ ਉਹਨਾਂ ਦੀ ਜਾਣਕਾਰੀ ਜਥੇਬੰਦੀਆਂ ਦੇ ਕੋਲ ਹੋਏਗੀ। ਇੱਕ ਇੱਕ ਜਥੇਬੰਦੀ ਦਾ ਆਗੂ ਉਹਨਾਂ ਦੇ ਨਾਲ ਹੋਵੇਗਾ। ਨਾਲ ਦੀ ਨਾਲ ਹੁਣ 26 ਜਨਵਰੀ ਵਾਲਾ ਵੀ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ 26 ਜਨਵਰੀ ਨੂੰ ਵੀ ਪੁਲਿਸ ਅਤੇ ਜਥੇਬੰਦੀਆਂ ਦੇ ਵਿਚਾਲੇ ਕਈ ਮੀਟਿੰਗਾਂ ਹੋਈਆਂ ਸੀ। ਜਦੋਂ ਟਰੈਕਟਰ ਮਾਰਚ ਕਰਨਾ ਸੀ, ਟਰੈਕਟਰ ਪਰੇਡ ਕਰਨੀ ਸੀ, ਲਾਲ ਕਿਲੇ ਵੱਲ ਨੂੰ ਕਹਿ ਰਹੀਆਂ ਸੀ ਜਥੇਬੰਦੀਆਂ। ਗਰਾਊਂਡ ਤੇ ਜਿਹੜਾ ਦੂਜਾ ਏਰੀਆ ਦਿੱਤਾ ਗਿਆ ਸੀ, ਪਰ ਕਈ ਕਿਸਾਨ ਨੇ ਜਿਹੜੇ ਲਾਲ ਕਿਲੇ ਵੱਲ ਚਲੇ ਗਏ ਸੀ। ਪਰ ਹੁਣ ਪੁਲਿਸ ਫੇਰ ਕਹਿ ਰਹੀ ਆ ਕਿ ਤੁਸੀਂ ਥਾਂ ਬਦਲ ਦਿਓ,
ਹੋਰ ਕਿਤੇ ਪ੍ਰੋਟੈਸਟ ਕਰ ਲਓ ਪਰ ਜਿਹੜੇ ਕਿਸਾਨ ਨੇ, ਜਿਵੇਂ ਤੁਸੀਂ 200 ਕਿਸਾਨ ਕਹਿ ਰਹੇ ਹੋ, ਉਹਨਾਂ ਦੀ ਗਿਣਤੀ ਘਟਾ ਦਿਓ। ਇਸ ਤਰ੍ਹਾਂ ਦਾ ਜਿਹੜਾ ਪੇਚ ਫਸਦਾ ਹੋਇਆ ਦਿਖਾਈ ਦੇ ਰਿਹਾ। ਹੁਣ ਦੇਖਣਾ ਹੋਵੇਗਾ ਕਿ ਦਿੱਲੀ ਪੁਲਿਸ ਸੰਯੁਕਤ ਕਿਸਾਨ ਮੋਰਚੇ ਨੂੰ ਪ੍ਰੋਟੈਸਟ ਕਰਨ ਦੀ ਆਗਿਆ ਦਿੰਦੀ ਹੈ ਜਾਂ ਨਹੀਂ। ਕਿਸ ਤਰ੍ਹਾਂ ਦੀ ਰਣਨੀਤੀ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਦੀ ਜੇਕਰ ਪੁਲਿਸ ਉਹਨਾਂ ਨੂੰ ਆਗਿਆ ਨਹੀਂ ਦਿੰਦੀ, ਇਹ ਦੇਖਣਾ ਹੋਵੇਗਾ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ, ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।